ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਕਬੀਰ ਜੀ ਕੀ ਬਾਣੀ। ਕੱਲ ਆਪਾਂ ਵਿਚਾਰ ਰਹੇ ਸੀ ਕਿ ਪਰਮੇਸ਼ਰ ਜਦੋਂ ਕਿਰਪਾ ਕਰਦਾ ਹੈ, ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਆਪਣੀ ਭਗਤੀ ਦ੍ਰਿੜ ਕਰਵਾ ਦਿੰਦਾ ਹੈ। ਆਪਣੀ ਭਗਤੀ ਆਪ ਹੀ ਦ੍ਰਿੜਾਈ। ਪੂਰਬ ਲਿਖਤ ਲਿਖਿਆ ਮਿਲਿਆ ਮੇਰੇ ਭਾਈ। ਪੂਰਬ ਤਾਂ ਲਿਖਿਆ ਸੀ, ਇਸ ਕਰਕੇ ਮਿਲੇ ਪ੍ਰਭੂ ਨੂੰ। ਆਪ ਉਹਨੇ ਆਪਣੀ ਭਗਤੀ ਦ੍ਰਿੜ ਕਰਵਾਈ। ਜਿਸ ਕਿਰਪਾ ਕਰੇ ਤਿਸ ਪੂਰਨ ਸਾਜ। ਜਿਸ ਨੂੰ ਕਿਰਪਾ ਕਰਦਾ ਹੈ ਉਸ ਨੂੰ ਪੂਰਨ ਸਾਜਦਾ ਹੈ ਪ੍ਰਭੂ। ਕਬੀਰ ਕੋ ਸੁਆਮੀ ਗਰੀਬ ਨਿਵਾਜ। ਉਹ ਜੋ ਸੁਆਮੀ ਹੈ, ਪਰਮੇਸ਼ਰ ਹੈ ਸਾਡਾ, ਉਹ ਗਰੀਬ ਨਿਵਾਜ ਹੈ। ਉਹ ਨਿਮਾਣਿਆਂ ਨੂੰ ਨਿਵਾਜਦਾ ਹੈ। ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪਤ। ਐਸਾ ਪ੍ਰਭੂ ਜਿਸ ਦੀ ਆਪਾਂ ਭਗਤੀ ਕਰਨੀ ਹੈ। ਇਹ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਆਪਾਂ ਵਿਚਾਰਦੇ ਹਾਂ। ਗੌੜੀ ਤੇ ਸੋਠ। ਭਗਤ ਕਬੀਰ ਜੀ ਰਹੋ ਪੰਕਤੀਆਂ ਨੇ। ਕਹੋ ਰੇ ਪੰਡਿਆ ਕੌਣ ਪਬੀਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਉਹ ਪੰਡਤ ਨੂੰ ਸਵਾਲ ਕਰ ਦਿੱਤਾ ਵੀ ਦੱਸੋ ਪਵਿੱਤਰ ਕੌਣ ਹੈ, ਸੰਸਾਰ ਦੇ ਵਿੱਚ ਪਵਿੱਤਰ ਕੌਣ ਹੈ। ਉਸ ਪਵਿੱਤਰ ਜੋ ਪਵਿੱਤਰ ਹੈ ਉਸ ਦਾ ਗਿਆਨ ਜਪੋ, ਉਸ ਦੇ ਗਿਆਨ ਦੀ ਵਿਚਾਰ ਕਰੋ। ਜਿਹੜਾ ਪਵਿੱਤਰ ਹੈ, ਕੌਣ ਪਵਿੱਤਰ ਹੈ, ਕਿਸ ਨੂੰ ਕਿਹਾ ਹੈ? ਪੰਡਤ ਨੂੰ, ਵਿਦਵਾਨ ਨੂੰ। ਰਹੋ ਪੰਕਤੀਆਂ ਇਸ ਸ਼ਬਦ ਦੀਆਂ। ਆਓ ਹੁਣ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਜਲ ਹੈ ਸੂਤਕ। ਸੂਤਕ ਕਹਿੰਦੇ ਅਪਵਿੱਤਰ ਨੂੰ। ਜਲ ਵੀ ਅਪਵਿੱਤਰ ਹੈ। ਥਲ ਹੈ ਸੂਤਕ, ਤੇ ਇਹ ਥਲ ਮਿੱਟੀ ਹੈ, ਇਹ ਵੀ ਅਪਵਿੱਤਰ ਹੈ। ਸੂਤਕ ਓਪਤ ਹੋਈ। ਜੇ ਸਾਡਾ ਸਰੀਰ ਜਾਂ ਇਸ ਮਿੱਟੀ ਤੋਂ ਪੈਦਾ ਹੋਣ ਵਾਲਾ ਜੋ ਕੁਛ ਵੀ ਹੈ ਉਹ ਸਭ ਸੂਤਕ ਹੈ। ਜਨਮੇ ਸੂਤਕ, ਜਿਵੇਂ ਇਨਸਾਨ ਵੀ ਹੈ ਤੇ ਹੋਰ ਚੀਜ਼ ਵੀ ਜੋ ਜੰਮਦੀ ਹੈ ਸੂਤਕ ਹੈ। ਮੂਏ ਫੁਨ ਸੂਤਕ, ਤੇ ਜਿਹੜੀ ਚੀਜ਼ ਜੰਮਦੀ ਉਹ ਮਰਦੀ ਵੀ ਉਹ ਸੂਤਕ ਹੀ ਹੈ, ਚਾਹੇ ਜੰਮਦੀ ਹੈ ਚਾਹੇ ਮਰਦੀ ਹੈ। ਸੂਤਕ ਪਰਜ ਬੇਗੋਈ। ਸਾਰਾ ਸੰਸਾਰ ਜਿਹੜਾ ਹੈ ਸੂਤਕ ਹੈ। ਧਰਤੀ ਦੇ ਵਿੱਚ, ਥਲ ਦੇ ਉੱਤੇ ਰਹਿਣ ਵਾਲਾ ਜੋ ਵੀ ਹੈ ਸਾਰਾ ਕੁਛ ਸੂਤਕ ਹੈ। ਨੈਣੋ ਸੂਤਕ, ਨੇਤਰ ਵੀ ਸੂਤਕ ਨੇ, ਜੋ ਦੇਖਦੇ ਹਾਂ ਸੰਸਾਰ ਨੂੰ, ਇਹ ਵੀ ਸੂਤਕ ਹੈ। ਬੈਨੋ ਸੂਤਕ, ਫਿਰ ਜਿਹੜਾ ਦੇਖਦੇ ਉਹੀ ਜੀ ਬੋਲਦਾ ਹੈ, ਇਸ ਕਰਕੇ ਸ਼ਬਦ ਵੀ ਬੋਲੇ, ਬੈਨ ਵੀ ਬੋਲੇ, ਉਹ ਵੀ ਸੂਤਕ ਨੇ, ਕਿਉਂਕਿ ਮੁਖ ਚੋਂ ਨਿਕਲਦੇ ਨੇ। ਤ੍ਰੈ ਗੁਣਾਂ ਦੇ ਵਿਚਾਰ ਨੇ। ਸੂਤਕ ਸਰਵਣੀ ਹੋਈ। ਹੁਣ ਜੋ ਸੂਤਕ ਨੂੰ ਦੇਖਦਾ ਹੈ ਉਹੀ ਸੂਤਕ ਦੀ ਗੱਲ ਕਰਦਾ ਹੈ, ਵਿਚਾਰ ਕਰਦਾ ਹੈ, ਤੇ ਜੋ ਉਸ ਵਿਚਾਰ ਨੂੰ ਸੁਣਦਾ ਹੈ ਉਹਦੇ ਸਰਵਣ ਵੀ ਸੂਤਕ ਨੇ। ਜਿਹਨੂੰ ਆਪਾਂ ਫਿੱਕਾ ਵੀ ਕਹਿ ਦਿੰਦੇ। ਫਿੱਕਾ ਬੋਲਣ ਵਾਲਾ ਵੀ ਫਿੱਕਾ, ਸੁਣਨ ਵਾਲਾ ਵੀ ਫਿੱਕਾ ਹੈ। ਇਸ ਕਰਕੇ ਜੋ
ਸੂਤਕ, ਜੋ ਸੂਤਕ ਨੂੰ ਦੇਖਦਾ ਹੈ, ਜਿਸ ਦਾ ਮਨ ਸੂਤਕ ਹੈ, ਦ੍ਰਿਸ਼ਟਮਾਨ ਨੂੰ ਦੇਖਦਾ, ਸਾਰਾ ਕੁਝ ਸੂਤਕ ਹੈ, ਉਸੇ ਦੀ ਵਿਚਾਰ ਕਰਦਾ, ਉੱਥੇ ਉਹ ਬਚਨ ਵੀ ਸੂਤਕ ਹੋ ਜਾਂਦੇ, ਤੇ ਜਿਹੜੇ ਕੰਨ ਉਹਨਾਂ ਬਚਨਾਂ ਨੂੰ ਸੁਣਦੇ ਨੇ ਉਹ ਵੀ ਸੂਤਕ ਨੇ। ਊਠਤ ਬੈਠਤ ਸੂਤਕ ਲਾਗੈ, ਉੱਠਦੇ ਵਹਿੰਦੇ, ਕਿਉਂਕਿ ਦ੍ਰਿਸ਼ਟਮਾਨ ਨੂੰ ਦੇਖਦੇ, ਸਾਰਾ ਸੂਤਕ ਹੈ। ਇਸ ਕਰਕੇ ਅਪਵਿੱਤਰ ਹੀ ਹੁੰਦਾ ਹੈ ਮਨ, ਪਵਿੱਤਰ ਤਾਂ ਹੁੰਦਾ ਨਹੀਂ, ਮੈਲੀ ਲੱਗਦੀ ਹੈ। ਸੂਤਕ ਭਰੈ ਰਸੋਈ, ਸਾਡੇ ਰਸੋਈ ਦੇ ਵਿੱਚ ਜੋ ਵੀ ਬਣਦਾ ਹੈ ਭੋਜਨ ਹੈ, ਇਹ ਵੀ ਸਭ ਸੂਤਕ ਹੈ। ਜੋ ਅਸੀਂ ਖਾਂਦੇ ਹਾਂ ਸਭ ਕੁਝ ਸੂਤਕ ਹੈ, ਕਿਉਂਕਿ ਤਨ ਹੀ ਸੂਤਕ ਹੈ। ਤਨ ਦਾ ਖਾਣਾ, ਭੋਜਨ, ਸਭ ਕੁਝ ਸੂਤਕ ਹੈ। ਫਾਸਣ ਕੀ ਬਿਦ ਸਭ ਕੋ ਜਾਣੈ, ਹੁਣ ਇਹ ਸੂਤਕ ਦੇ ਵਿੱਚ ਆ ਕੇ ਸਾਰਿਆਂ ਦਾ ਮਨ ਫਸਦਾ ਹੈ। ਨੇਤਰਾਂ ਨਾਲ ਵੀ ਸੂਤਕ ਦੇਖਦਾ ਹੈ, ਬੋਲਦਾ ਵੀ ਸੂਤਕ, ਗੱਲਾਂ ਵੀ ਸੂਤਕ ਦੀਆਂ ਕਰਦਾ, ਸੁਣਦਾ ਵੀ ਸੂਤਕ ਨੂੰ ਹੈ, ਜਲ ਵੀ ਸੂਤਕ ਹੈ, ਥਲ ਵੀ ਹੈ, ਤੇ ਸਾਰਾ ਕੁਛ ਸੂਤਕ ਹੀ ਹੈ। ਫਾਸਣ ਕੀ ਬਿਦ ਸਭ ਕੋ ਜਾਣੇ, ਇਸ ਸੂਤਕ ਦੇ ਵਿੱਚ ਫਸਣਾ ਹਰ ਕੋਈ ਜਾਣਦਾ ਹੈ। ਛੂਟਣ ਕੀ ਇੱਕ ਕੋਈ, ਛੁੱਟਣ ਦੀ ਕੋਈ ਵਿਰਲਾ ਵਿਧ ਜਾਣਦਾ ਹੈ। ਇੱਕੋ ਵਿਧੀ ਹੈ, ਇੱਕ ਜੁਗਤੀ ਹੈ ਛੁੱਟਣ ਦੀ, ਤੇ ਉਹ ਜਾਣਦਾ ਹੈ ਕੋਈ ਵਿਰਲਾ, ਜਿਹਨੂੰ ਆਪ ਪ੍ਰਭੂ ਜਨਾ ਦਿੰਦਾ ਹੈ। ਕਹੈ ਕਬੀਰ ਰਾਮ ਹਿਰਦੈ ਵਿਚਾਰੈ, ਤੇ ਬਾਬਾ ਕਬੀਰ ਸਮਝਾਉਂਦੇ ਨੇ ਵੀ ਜਿਹੜੇ ਰਾਮ ਨੂੰ ਹਿਰਦੇ ਦੇ ਵਿੱਚ ਜਿਨ੍ਹਾਂ ਦੇ ਵਸਿਆ ਹੈ, ਜਿਹੜੇ ਰਾਮ ਦੀ ਵਿਚਾਰ ਕਰਦੇ ਨੇ, ਸੂਤਕ ਤਿਨ ਨਾ ਹੋਈ, ਉਹਨਾਂ ਨੂੰ ਸੂਤਕ ਨਹੀਂ। ਕਿਉਂਕਿ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਵਸ ਗਿਆ, ਰਾਮ ਵਸ ਗਿਆ, ਰਾਮ ਨੂੰ ਕਦੇ ਸੂਤਕ ਨਹੀਂ ਲੱਗਦਾ। ਰਾਮ ਪਵਿੱਤਰ ਹੈ, ਤੇ ਜਿਹੜਾ ਰਾਮ ਨੂੰ ਧਿਆਉਂਦਾ ਹੈ ਉਹ ਵੀ ਪਵਿੱਤਰ ਹੈ। ਇਸ ਕਰਕੇ ਪਵਿੱਤਰ ਨੂੰ ਆਪਾਂ ਕੀ ਕਰ ਸਕਦੇ, ਧਿਆ ਸਕਦੇ ਇੱਕ ਦ੍ਰਿਸ਼ਟ ਹੋ ਕੇ। ਉਹ ਨਿਰਮਲ ਹੈ, ਉਹ ਪਵਿੱਤਰ ਹੈ, ਜਿਸ ਨੂੰ ਆਪਾਂ ਪੜ੍ਹਦੇ ਵੀ ਹਾਂ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਜਿਨ੍ਹਾਂ ਗੁਰਮੁਖਾਂ ਨੇ ਧਿਆਇਆ ਪਵਿੱਤ ਹੋ ਗਏ, ਜਿਨ੍ਹਾਂ ਹਰੀ ਧਿਆਇਆ। ਤੇ ਫਿਰ ਹੋਰ ਕੌਣ ਪਵਿੱਤਰ ਹੈ? ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ। ਫਿਰ ਮਾਤਾ ਪਿਤਾ ਪਰਿਵਾਰ ਵੀ ਪਵਿੱਤ ਹੈ, ਜਦੋਂ ਹਿਰਦੇ 'ਚ ਵਸ ਗਿਆ ਪ੍ਰਭੂ। ਪਵਿੱਤ ਸੰਗਤ ਸਵਾਈਆ, ਸਾਰੀ ਸੰਗਤ ਜੋ ਇਸ ਗਿਆਨ ਨੂੰ ਲੈਂਦੀ ਹੈ, ਜਿਨ੍ਹਾਂ ਦੇ ਹਿਰਦੇ 'ਚ ਵਸਿਆ, ਉਹ ਫਿਰ ਰਾਮ ਦੀ ਵਿਚਾਰ ਕਰਦੇ ਨੇ। ਜਿਹੜੇ ਉਹਨੂੰ ਸੁਣਦੇ ਨੇ, ਉਹ ਸੰਗਤ ਵੀ ਪਵਿੱਤਰ ਹੋ ਜਾਂਦੀ ਹੈ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਇਸ ਕਰਕੇ ਜਿਹੜੇ ਸੂਤਕ ਦੇ ਨਾਲ ਜਿਹੜੇ ਪਵਿੱਤਰ ਨੇ, ਉਹ ਕਹਿੰਦੇ ਵੀ ਪਵਿੱਤਰ ਗੱਲ ਕਰਦੇ ਨੇ, ਤੇ ਸੁਣਨ ਵਾਲੇ ਪਵਿੱਤਰ ਨੇ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਜਿਨ੍ਹਾਂ ਨੇ ਮਨ ਵਿੱਚ ਵਸਾ ਲਿਆ ਉਹ ਪਵਿੱਤਰ ਨੇ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਇਸ ਕਰਕੇ ਉਹ ਪਵਿੱਤਰ ਨੇ ਜਿਹੜੇ ਹਰੀ ਨੂੰ ਧਿਆਉਂਦੇ ਨੇ। ਇਸ ਕਰਕੇ ਬਾਬਾ ਕਬੀਰ ਸਮਝਾਉਂਦੇ ਨੇ, ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਉਹਨਾਂ ਨੂੰ ਸੂਤਕ ਨਹੀਂ ਹੈ ਜਿਹੜੇ ਰਾਮ ਨੂੰ ਹਿਰਦੇ ਦੇ ਵਿੱਚ ਵਿਚਾਰਦੇ ਨੇ, ਤੇ ਰਾਮ ਨੂੰ ਦੇਖਦੇ ਨੇ, ਫਿਰ ਰਾਮ ਦੀ ਵਿਚਾਰ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰਾਮ ਵਸਿਆ ਹੈ। ਆਓ ਅੱਗੇ ਫਿਰ ਗੌੜੀ ਹੈ, ਸ਼ਬਦ ਹੈ। ਪੰਕਤੀਆਂ ਨੇ ਰਹੋ, ਪੰਕਤੀਆਂ ਨੇ। ਝਗੜਾ ਏਕ ਨਵੇਰੋ ਰਾਮ। ਇੱਕ ਝਗੜਾ ਹੈ ਮਨ ਦੇ ਵਿੱਚ, ਉਸ ਨੂੰ ਨਵੇੜੋ। ਕੌਣ ਨਵੇੜ ਸਕਦਾ ਹੈ? ਰਾਮ ਪ੍ਰਭੂ। ਸਾਡੇ ਝਗੜੇ ਨੂੰ ਕੌਣ ਨਵੇੜਦਾ ਹੈ? ਪਰਮੇਸ਼ਰ। ਜੋ ਤੁਮ ਆਪਣੇ ਜਨ ਸੋ ਕੰਮ। ਤੇ ਰਾਮ ਨੂੰ ਕਹਿ ਦਿੱਤਾ ਕਿ ਜੇ ਤੈਨੂੰ ਆਪਣੇ ਜਨ ਤੇ ਕੰਮ ਲੈਣਾ ਤਾਂ ਆਪਣੀ ਸਿਫਤ ਸਲਾਹ ਕਰਾਉਣੀ ਹੈ, ਆਪਣੀ ਚਾਕਰੀ ਕਰਾਉਣੀ ਹੈ,
ਤਾਂ ਫਿਰ ਤੁਸੀਂ ਇੱਕ ਝਗੜਾ ਨਿਬੇੜੋ। ਕਿਹੜਾ ਝਗੜਾ ਹੈ ਉਹ ਅੱਗੇ ਆਪਾਂ ਵਿਚਾਰਦੇ ਹਾਂ। ਇਹ ਰਹੋ ਪੰਕਤੀਆਂ ਨੇ। ਇਹ ਮਨ ਵੱਡਾ ਕੇ ਜਾ ਸੋ ਮਨ ਮਾਨਿਆ। ਵੀ ਕੌਣ ਵੱਡਾ ਹੈ? ਮਨ ਵੱਡਾ ਹੈ ਜਾਂ ਜਿਸ ਪ੍ਰਭੂ ਦੇ ਨਾਲ ਲੱਗ ਕੇ ਮਨ ਮੰਨਿਆ ਹੈ ਉਹ ਵੱਡਾ ਹੈ। ਮੰਨਿਆ ਕਿਹਦੇ ਨਾਲ ਲੱਗ ਕੇ? ਗੁਰ ਦੇ ਨਾਲ। ਗੁਰ ਦਾ ਗਿਆਨ ਲੈ ਕੇ ਮਨ ਮੰਨਿਆ ਵੀ ਕੌਣ ਵੱਡਾ ਹੈ। ਇਹ ਮਨ ਵੱਡਾ ਕਿ ਜਾ ਸਿਓ ਮਨ ਮਾਨਿਆ। ਰਾਮ ਵੱਡਾ ਕਹਿ ਰਾਮੈ ਜਾਣਿਆ। ਤੇ ਦੱਸੋ ਗੁਰ ਵੱਡਾ ਹੈ, ਮਨ ਵੱਡਾ ਹੈ ਕਿ ਜਿਸ ਗੁਰ ਨੂੰ ਲੈ ਕੇ ਮਨ ਮੰਨਿਆ ਹੈ ਉਹ ਵੱਡਾ ਹੈ। ਇਹ ਦੱਸੋ ਕਿ ਰਾਮ ਵੱਡਾ ਹੈ ਕਿ ਜਿਸ ਨੇ ਰਾਮ ਨੂੰ ਜਾਣ ਲਿਆ ਉਹ ਵੱਡਾ ਹੈ। ਕਿਉਂਕਿ ਰਾਮ ਨੂੰ ਕਦੋਂ ਜਾਣਿਆ? ਜਦੋਂ ਪ੍ਰਭੂ ਨੇ ਜਨਾਇਆ। ਮਨ ਨੂੰ ਗਿਆਨ ਕਦੋਂ ਹੋਇਆ? ਜਦੋਂ ਗੁਰ ਲਿਆ। ਬ੍ਰਹਮਾ ਵੱਡਾ ਕੇ ਜਾ ਸੋ ਪਾਇਆ। ਫਿਰ ਦੱਸੋ ਬ੍ਰਹਮਾ ਵੱਡਾ ਹੈ ਕਿ ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ ਉਹ ਵੱਡਾ ਹੈ। ਵੇਦ ਵੱਡਾ ਕਿ ਜਹਾਂ ਤੇ ਆਇਆ। ਫਿਰ ਇਹ ਦੱਸੋ ਵੀ ਜਿਹੜੇ ਵੇਦ ਲਿਖੇ ਨੇ ਇਹ ਵੇਦ ਵੱਡੇ ਨੇ ਜਾਂ ਜਿਸ ਪ੍ਰਭੂ ਨੇ ਇਹ ਵੇਦ ਲਿਖਾਏ ਨੇ ਉਹ ਵੱਡਾ ਹੈ। ਜਿੱਥੋਂ ਆਏ, ਕਿੱਥੋਂ ਆਏ ਨੇ? ਆਪ ਪਰਮੇਸ਼ਰ ਨੇ ਇਹ ਵੇਦ ਫਰਮਾਏ ਨੇ। ਚਾਰੇ ਵੇਦ ਬ੍ਰਹਮੇ ਨੂੰ ਫਰਮਾਏ। ਕਹਿ ਕਬੀਰ ਹੋਂ ਭਇਆ ਉਦਾਸ। ਤੇ ਬਾਬਾ ਕਬੀਰ ਜੀ ਕਹਿੰਦੇ ਅਸੀਂ ਵੀ ਉਦਾਸ ਹਾਂ। ਤੀਰਥ ਵੱਡਾ ਕਿ ਹਰ ਕਾ ਦਾਸ। ਇਹ ਦੱਸੋ ਵੀ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ। ਹੁਣ ਜਦੋਂ ਆਪਾਂ ਗੁਰਬਾਣੀ ਨੂੰ ਪੜਾਂਗੇ ਤੇ ਗੁਰਬਾਣੀ ਪੜ੍ਹ ਕੇ ਸਾਨੂੰ ਇਹ ਭੇਤ ਆ ਜਾਏਗਾ ਕਿ ਪਰਮੇਸ਼ਰ ਬਹੁਤ ਵੱਡਾ ਹੈ। ਕਿਉਂਕਿ ਪਰਮੇਸ਼ਰ ਕਿਰਪਾ ਕਰਦਾ ਹੈ, ਕਿਸੇ ਜੀਵ ਨੂੰ ਜਨਾਉਂਦਾ ਹੈ, ਗਿਆਨ ਦਿੰਦਾ ਹੈ, ਆਪਣਾ ਗਿਆਨ ਕਰਵਾ ਦਿੰਦਾ ਹੈ, ਫਿਰ ਮਨ ਨੂੰ ਜਣਾ ਦਿੰਦਾ ਹੈ। ਫਿਰ ਮਨ ਗੁਰ ਦਾ ਗਿਆਨ ਲੈ ਕੇ ਜਦੋਂ ਜੁੜਦਾ ਹੈ ਪ੍ਰਭੂ ਨੂੰ ਮਿਲ ਲੈਂਦਾ ਹੈ। ਇਸ ਕਰਕੇ ਫਿਰ ਅਸੀਂ ਵੇਦਾਂ ਨਾਲ ਜੁੜਦੇ ਹਾਂ ਤੇ ਵੇਦ ਜਿਹੜੇ ਨੇ ਇਹ ਫਿਰ ਗੁਰਬਾਣੀ ਪੜ੍ਹਾਂਗੇ ਤੇ ਦੱਸਿਆ ਕਿ ਇਹ ਵੇਦ ਕਤੇਬ ਜਿਹੜੇ ਨੇ ਇਹ ਪ੍ਰਭੂ ਤੱਕ ਸਾਨੂੰ ਨਹੀਂ ਪਹੁੰਚਾ ਸਕਦੇ। ਇਸ ਕਰਕੇ ਵੱਡਾ ਕੌਣ ਹੈ? ਜਿਸ ਨੇ ਇਹ ਵੇਦ ਫਰਮਾਏ ਨੇ। ਸਾਰੇ ਵੇਦ ਪੜ੍ਹ ਕੇ ਦੇਖ ਲਏ ਪਰ ਉੱਥੇ ਤੱਕ ਨਹੀਂ ਪਹੁੰਚਦੇ ਜਿੱਥੇ ਪਰਮੇਸ਼ਰ ਵਸਦਾ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ ਕੋਖੇ ਸ਼ਾਸਤਰ ਵੇਦ ਸਭ ਆਨ ਨ ਕਸਤੋ ਕੋਏ ਆਦਿ ਜੁਗਾਦਿ ਹੁਣ ਹੋਵਤ ਨਾਨਕ ਏਕੋ ਸੋਏ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਟੋਲ ਪੁੱਜਸ ਨਾਹੀ ਹਰ ਹਰੇ ਨਾਨਕ ਨਾਮ ਆਮੋਲ। ਵੇਦ ਕਤੇਬ ਉੱਥੇ ਤੱਕ ਨਹੀਂ ਪਹੁੰਚਦੇ। ਇਸ ਕਰਕੇ ਵੱਡਾ ਕੌਣ ਹੈ? ਪਰਮੇਸ਼ਰ, ਜਿਸ ਨੇ ਇਹ ਵੇਦ ਲਿਖਾਏ ਨੇ ਬ੍ਰਹਮੇ ਤੋਂ। ਕਹਿ ਕਬੀਰ ਹੋਂ ਭਇਆ ਉਦਾਸ। ਤੇ ਬਾਬਾ ਕਬੀਰ ਜੀ ਕਹਿੰਦੇ ਵੀ ਹੁਣ ਇਹ ਦੱਸੋ ਅਸੀਂ ਵੀ ਉਦਾਸ ਹਾਂ ਕਿ ਤੀਰਥ ਵੱਡਾ। ਤੀਰਥ ਕਿਹਨਾਂ ਨੇ ਬਣਾਏ? ਹਰੀ ਦੇ ਦਾਸਾਂ ਨੇ, ਜਿਨ੍ਹਾਂ ਨੂੰ ਗਿਆਨ ਹੋਇਆ ਪ੍ਰਭੂ ਦਾ ਤੇ ਉਹਨਾਂ ਆਪਣੇ ਤਨ ਦੀ ਖੋਜ ਕਰਕੇ ਇਹ ਤੀਰਥ ਬਣਾ ਦਿੱਤੇ। ਵੀ ਤੀਰਥਾਂ ਤੇ ਜਾਓ ਤੇ ਆਪਣੇ ਤਨ ਦੀ ਖੋਜ ਨੂੰ ਦੇਖੋ, ਆਪਣੇ ਮਨ ਦੀ ਖੋਜ ਕਰੋ, ਗਿਆਨ ਲਓ ਤੇ ਪ੍ਰਭੂ ਦੇ ਨਾਲ ਮਿਲਾਪ ਕਰੋ। ਲੇਕਿਨ ਤੀਰਥ ਗੁਰਬਾਣੀ ਪੜ੍ਹਾਂਗੇ ਪਤਾ ਚੱਲਦਾ ਹੈ ਕਿ ਤੀਰਥ ਮੈਲੇ ਹੋ ਚੁੱਕੇ ਨੇ। ਤੀਰਥ ਵੀ ਸਾਧੂ ਜਨਾਂ ਦੀ ਧੂਰੀ ਨੂੰ ਲੋਚਦੇ ਨੇ। ਇਸ ਕਰਕੇ ਜਿਹੜੇ ਹਰੀ ਦੇ ਦਾਸ ਨੇ ਉਹ ਵੱਡੇ ਨੇ ਤੀਰਥਾਂ ਤੋਂ। ਕਿਉਂਕਿ ਤੀਰਥ ਤੇ ਆਪਾਂ ਜਾਂਦੇ ਆਉਂਦੇ ਕੁਛ ਗਿਆਨ ਨਹੀਂ ਦੇ ਸਕਦੇ ਸਾਨੂੰ, ਲੇਕਿਨ ਜੇ ਹਰੀ ਦੇ ਜਨਾਂ ਕੋਲ ਜਾਂਦੇ ਹਾਂ ਉਹ ਸਾਨੂੰ ਉਸ ਪ੍ਰਭੂ ਦਾ ਗਿਆਨ ਕਰਵਾਉਂਦੇ ਨੇ। ਉਹ ਤਨ ਦਾ ਭੇਦ ਦਿੰਦੇ ਨੇ, ਉਸ ਤੀਰਥ ਦਾ ਗਿਆਨ ਕਰਵਾਉਂਦੇ ਨੇ ਜਿੱਥੇ ਜਾ ਕੇ ਮਨ ਸਾਡਾ ਇਸ਼ਨਾਨ ਕਰਦਾ ਹੈ। ਤੀਰਥ ਨਾਵਨ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ।
ਆਓ ਰਾਗ ਗੌੜੀ ਚੇਤੀ। ਰਹੋ ਪੰਕਤੀਆਂ ਨੇ। ਦੇਖੋ ਭਾਈ ਗਿਆਨ ਕੀ ਆਈ ਆਂधी। ਆਂधी ਕਹਿੰਦੇ ਹਨੇਰੀ ਨੂੰ। ਬਾਬਾ ਕਬੀਰ ਜੀ ਕਹਿੰਦੇ ਭਈ ਦੇਖੋ, ਕਹਿੰਦੇ ਸਾਨੂੰ ਗਿਆਨ ਦੀ ਹਨੇਰੀ ਆ ਗਈ। ਆਉਂਦੀ ਕਦੋਂ ਹੈ? ਜਦੋਂ ਗੁਰ ਦਾ ਗਿਆਨ ਲੈਂਦਾ ਹੈ ਜੀ। ਕਹਿੰਦੇ ਹਨੇਰੀ ਆਈ ਤੇ ਕੀ ਹੋ ਗਿਆ? ਸਭ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬੰਦੀ। ਜਿਵੇਂ ਸਮਾਨ ਹੈ ਕੋਈ ਪਿਆ ਹੋਵੇ ਅੰਦਰ, ਉਹ ਉੜ ਜਾਂਦਾ ਹੈ ਜਾਂ ਹਨੇਰੀ ਆਉਂਦੀ ਹੈ, ਜਾਂ ਬਾਹਰ ਪਿਆ ਹੋਵੇ ਸਮਾਨ ਕੋਈ ਉੜ ਜਾਂਦਾ ਹੈ ਹਵਾ ਦੇ ਵਿੱਚ। ਇੱਦਾਂ ਕਹਿੰਦੇ ਸਾਡਾ ਭਰਮ ਜਿਹੜਾ ਸੀ ਉਹ ਦੂਰ ਹੋ ਗਿਆ, ਉੜ ਗਿਆ। ਸਾਡੇ ਅੰਦਰ ਕੋਈ ਭਰਮ ਹੀ ਨਹੀਂ ਰਿਹਾ, ਭਰਮ ਖਤਮ ਹੋ ਗਿਆ। ਤੇ ਜਿਹੜੀ ਮਾਇਆ ਦੇ ਬੰਧਨ ਸੀ ਇਹ ਟੁੱਟ ਗਏ। ਗਿਆਨ ਦੀ ਐਸੀ ਆਂधी ਆਈ। ਇਹ ਰਹੋ ਪੰਕਤੀਆਂ ਨੇ। ਅੱਗੇ ਸ਼ਬਦ ਫਿਰ ਸ਼ੁਰੂ ਹੁੰਦਾ ਹੈ। ਦੁਚਿੱਤੀ, ਦੁਚਿੱਤੇ ਕੀ ਦੁਇਥੋਂ ਨਿਗਰਾਨੀ। ਜਿਹੜੀ ਸਾਡੇ ਅੰਦਰ ਦੁਚਿੱਤੀ ਦੇ ਦੋ ਥੰਮੀਆਂ ਸੀ, ਜਿਵੇਂ ਇੱਕ ਚੁੰਗੀ ਹੁੰਦੀ ਹੈ ਜਿਹਨੂੰ ਆਪਾਂ ਛੰਨ ਕਹਿ ਦਿੰਦੇ ਹਾਂ, ਛਪਰੀ ਕਹਿ ਦਿੰਦੇ ਹਾਂ, ਚੁੰਗੀ ਕਹਿ ਦਿੰਦੇ ਹਾਂ। ਉਸ ਛਪਰੀ ਨੂੰ ਦੋ ਥੰਮੀਆਂ ਪਹਿਲਾਂ ਗੱਡੀਆਂ ਹੁੰਦੀਆਂ ਨੇ, ਉਸ ਥੰਮੀਆਂ ਦੇ ਉੱਤੇ ਇੱਕ ਸਤੀਰ ਪਾਇਆ ਹੁੰਦਾ ਹੈ। ਫਿਰ ਉਸ ਤੋਂ ਬਾਅਦ ਦਵੱਲੇ ਨੂੰ ਉਹ ਛੱਤ ਟੇਢੀ ਕਰਕੇ ਪੈਵੀਂ ਕਰਕੇ ਉੱਤੇ ਛੱਤ ਪਾਈ ਹੁੰਦੀ ਹੈ। ਉਸ ਦੇ ਉੱਤੇ ਉਹ ਛੱਤ ਖੜੀ ਹੁੰਦੀ ਹੈ। ਥੰਮੀਆਂ 'ਤੇ ਸਤੀਰ ਖੜਾ ਹੁੰਦਾ ਹੈ, ਸਤੀਰ ਦੇ ਉੱਤੇ ਛੱਤ ਹੁੰਦੀ ਹੈ। ਇੱਦਾਂ ਛਪਰੀ ਬਣੀ ਹੁੰਦੀ ਹੈ, ਚੁੰਗੀ ਬਣੀ ਹੁੰਦੀ ਹੈ, ਛੰਨ ਹੁੰਦੀ ਹੈ, ਛੰਨ ਵੀ ਕਹਿ ਦਿੰਦੇ ਆਪਾਂ। ਕਹਿੰਦੇ ਜਿਹੜੀ ਉਹ ਥੰਮੀਆਂ ਸੀ ਦੋ ਚਿੱਤੀ ਹੈ ਸਾਡੇ ਮਨ ਦੇ ਅੰਦਰ। ਦੁਚਿੱਤੀ ਦੀਆਂ ਦੋ ਥੰਮੀਆਂ ਨੇ, ਜਿਹੜਾ ਭਰਮ ਦੀ ਛੱਤ ਹੈ, ਭਰਮ ਦਾ ਸਾਡੇ ਅੰਦਰ ਪੜਦਾ ਹੈ, ਜਿਸ ਨੂੰ ਭਰਮ ਦਾ ਆਪਣਾ ਕਿਲ੍ਹਾ ਵੀ ਕਹਿ ਦਿੱਤਾ ਹੈ। ਤੇ ਦੱਸ ਦਿੱਤਾ ਕਿ ਦੋ ਥੰਮੀਆਂ ਦੁਚਿੱਤੀ ਦੀਆਂ ਉਹ ਸਾਡੀਆਂ ਡਿੱਗ ਪਈਆਂ, ਕਿਉਂਕਿ ਜਿਵੇਂ ਹਵਾ ਹੁੰਦੀ ਹੈ, ਹਨੇਰੀ ਆਉਂਦੀ ਹੈ, ਚੁੰਗੀ ਉੜ ਗਈ, ਥੰਮੀਆਂ ਉੜ ਗਈਆਂ। ਇੱਦਾਂ ਕਹਿੰਦੇ ਸਾਡੇ ਅੰਦਰੋਂ ਮਨ ਦੇ ਜਿਹੜੇ ਅੰਦਰ ਭਰਮ ਸੀ, ਮਨ ਦੇ ਅੰਦਰ ਵਿਚਾਰਾਂ ਸੀ, ਉਹ ਕਿਵੇਂ ਉਡੀਆਂ। ਜਿਹੜੀ ਦੁਚਿੱਤੇ ਦੀਆਂ ਦੋ ਥੰਮੀਆਂ ਹੁੰਦੀਆਂ ਜਿਵੇਂ, ਇੱਦਾਂ ਸਾਡੀ ਦੁਚਿੱਤੀ ਗਿਰ ਗਈ। ਦੁਚਿੱਤੀ ਕੀ ਦੁਇਥੂਨ ਗਿਰਾਨੀ। ਕਹਿੰਦੇ ਦੋ ਥੰਮੀਆਂ ਦੁਚਿੱਤੀ ਦੀਆਂ ਡਿੱਗ ਪਈਆਂ, ਦੁਚਿੱਤੀ ਖਤਮ ਹੋ ਗਈ। ਹੁਣ ਥੰਮੀਆਂ ਜਦੋਂ ਡਿੱਗਦੀਆਂ ਹੈ, ਥੰਮੀਆਂ ਦੇ ਉੱਤੇ ਸਤੀਰ ਹੈ, ਤੇ ਦੁਚਿੱਤੀ 'ਚ ਹੋਣ ਕਰਕੇ ਮਨ ਮੋਹ 'ਚ ਫਸਿਆ ਸੀ। ਜਿਵੇਂ ਸਤੀਰਿਆਂ ਦੇ ਉੱਤੇ ਦੋ ਥੰਮੀਆਂ ਦੇ ਉੱਤੇ ਸਤੀਰ ਹੁੰਦਾ ਹੈ ਉੱਪਰ, ਇੱਦਾਂ ਹੀ ਸਾਡੇ ਦੁਚਿੱਤੀ ਦੇ ਉੱਤੇ ਮੋਹ ਖੜਾ ਹੈ। ਕਹਿੰਦੇ ਉਹ ਮੋਹ ਬਲੇਡਾ ਟੁੱਟਾ, ਉਹ ਮੋਹ ਦਾ ਸਤੀਰ ਵੀ ਡਿੱਗ ਪਿਆ, ਟੁੱਟ ਗਿਆ। ਫਿਰ ਕੀ ਹੋਣਾ ਸੀ? ਜੋ ਥੰਮੀਆਂ ਡਿੱਗ ਪਈਆਂ, ਸਤੀਰ ਡਿੱਗ ਪਿਆ ਉੱਪਰਲਾ, ਫਿਰ ਕੀ ਹੋਣਾ ਸੀ? ਛੱਤ ਨੇ ਡਿੱਗਣਾ ਹੀ ਸੀ। ਤ੍ਰਿਸ਼ਨਾ ਸ਼ਾਨ ਭਰੀ ਧਰ ਉੱਪਰ। ਛੰਨ ਕਿਹੜੀ ਹੈ? ਮਨ ਜਿਹੜੀ ਤ੍ਰਿਸ਼ਨਾ ਦੀ। ਕਹਿੰਦੇ ਉਹ ਤ੍ਰਿਸ਼ਨਾ ਦੀ ਜਿਹੜੀ ਛੱਤ ਸੀ, ਜਿਵੇਂ ਛੱਤ ਡਿੱਗਦੀ ਹੈ, ਇੱਦਾਂ ਸਾਡੇ ਅੰਦਰ ਤ੍ਰਿਸ਼ਨਾ ਦੀ ਛੱਤ ਹੈ, ਉਹ ਧਰਤੀ 'ਤੇ ਡਿੱਗ ਪਈ। ਤ੍ਰਿਸ਼ਨਾ ਸ਼ਾਨ ਧਰੀ ਭਰੀ ਧਰ ਉੱਪਰ, ਆ ਕੇ ਧਰਤੀ ਉੱਪਰ ਡਿੱਗ ਪਈ। ਦੁਰਮਤ ਭਾਂਡਾ ਫੁੱਟਾ। ਹੁਣ ਜਿਹੜੇ ਅੰਦਰ ਭਾਂਡੇ ਪਏ, ਜਦੋਂ ਛੱਤ ਡਿੱਗਦੀ ਹੈ, ਉਹ ਭਾਂਡਿਆਂ ਨੇ ਵੀ ਟੁੱਟਣਾ ਹੈ। ਇੱਦਾਂ ਕਹਿੰਦੇ ਜਿਹੜੇ ਸਾਡੇ ਅੰਦਰ ਦੁਰਮਤ ਦਾ ਭਾਂਡਾ ਸੀ, ਉਹ ਟੁੱਟ ਗਿਆ, ਉਹ ਵੀ ਫੁੱਟ ਗਿਆ। ਦੁਰਮਤ ਭਾਂਡਾ ਫੁੱਟਾ। ਫਿਰ ਕੀ ਹੋਇਆ? ਹਨੇਰੀ ਆਈ, ਚੁੰਗੀ ਉੜ ਗਈ, ਵਿੱਚੋਂ ਸਮਾਨ ਉੱਡ ਗਿਆ, ਥੰਮੀਆਂ ਡਿੱਗ ਪਈਆਂ, ਸਤੀਰ ਡਿੱਗ ਪਿਆ, ਛੱਤ ਧਰਤੀ 'ਤੇ ਡਿੱਗ ਪਈ, ਅੰਦਰੋਂ ਭਾਂਡੇ ਦੁਰਮਤ ਦੇ ਫੁੱਟ ਗਏ, ਦੁਚਿੱਤੀ ਖਤਮ ਹੋ ਗਈ, ਭਰਮ ਖਤਮ ਹੋ ਗਿਆ, ਸਾਰਾ ਕੁਛ ਹੀ ਮੋਹ ਖਤਮ ਹੋ ਗਿਆ, ਤ੍ਰਿਸ਼ਨਾ ਖਤਮ ਹੋ ਗਈ। ਹੁਣ ਕੀ ਹੋਇਆ? ਕਹਿੰਦੇ ਇਹ ਆਂधी ਦੇ ਪਿੱਛੇ ਜਿਵੇਂ ਹਨੇਰੀ ਆਉਂਦੀ, ਉਸ ਤੋਂ ਬਾਅਦ ਫਿਰ ਵਰਖਾ ਹੁੰਦੀ ਹੈ। ਕਹਿੰਦੇ ਫਿਰ ਇੱਦਾਂ ਹੀ ਸਾਡੇ ਜਦੋਂ ਇਹ ਆਂधी ਆਈ ਗਿਆਨ ਦੀ, ਤੇ ਸਾਰਾ ਭਰਮ ਖਤਮ ਹੋ ਗਿਆ, ਦੁਚਿੱਤੀ ਖਤਮ ਹੋ ਗਈ, ਮੋਹ ਖਤਮ ਹੋ ਗਿਆ, ਤ੍ਰਿਸ਼ਨਾ ਖਤਮ ਹੋ ਗਈ। ਫਿਰ ਕੀ ਹੋਇਆ? ਕਹਿੰਦੇ ਵਰਖਾ ਹੋਣੀ ਸ਼ੁਰੂ ਹੋਈ ਗਿਆਨ ਦੀ। ਆਂधी ਪਾਸ ਹੈ ਜੋ ਜਲ ਵਰਖਾ।
ਕਹਿੰਦੇ ਜਿਵੇਂ ਹਨੇਰੀ ਤੋਂ ਬਾਅਦ ਵਰਖਾ ਹੁੰਦੀ ਹੈ, ਇੱਦਾਂ ਇੱਥੇ ਕਿਹੜੀ ਵਰਖਾ ਹੋਈ? ਨਾਮ ਦੀ, ਅੰਮ੍ਰਿਤ ਦੀ। ਤੇ ਤੇਰਾ ਜਨ ਪੀਣਾ। ਹੁਣ ਜਦੋਂ ਝੁੰਗੀ ਡਿੱਗ ਪਈ ਤੇ ਬਾਅਦ 'ਚ ਵਰਖਾ ਹੋਏਗੀ ਤੇ ਬਾਹਰ ਜੀਵ ਭਿੱਜੇਗਾ। ਇੱਦਾਂ ਹੀ ਕਹਿੰਦੇ ਸਾਡਾ ਮਨ ਫਿਰ ਉਸ ਨਾਮ ਦੇ ਵਿੱਚ ਭਿੱਜ ਗਿਆ, ਨਾਮ ਦੇ ਵਿੱਚ ਲੀਨ ਹੋ ਗਿਆ, ਤ੍ਰਿਪਤ ਹੋ ਗਿਆ। ਕਹਿ ਕਬੀਰ ਮਨ ਭਇਆ ਪ੍ਰਗਾਸਾ। ਤੇ ਬਾਬਾ ਕਬੀਰ ਜੀ ਕਹਿੰਦੇ ਇੱਦਾਂ ਮਨ ਪ੍ਰਕਾਸ਼ ਹੋ ਗਿਆ, ਉਹਦਾ ਭਾਨ ਜਮ ਚੀਨਾ। ਕਿਵੇਂ? ਜਿਵੇਂ ਰਾਤ ਨੂੰ ਹਨੇਰੀ ਆਈ, ਵਰਖਾ ਹੋਈ, ਸਵੇਰੇ ਜਦੋਂ ਸੂਰਜ ਚੜ੍ਹਦਾ ਹੈ ਬਹੁਤ ਸਾਫ਼ ਕਲੀਅਰ ਦਿਖਦਾ ਹੈ ਮੌਸਮ। ਇੱਦਾਂ ਹੀ ਕਹਿੰਦੇ ਸਾਡੇ ਜਿਹੜੇ ਜੀਵਨ ਰੂਪੀ ਰਾਤ ਦੇ ਵਿੱਚ ਹਨੇਰੀ ਆਈ, ਇਸ ਤੋਂ ਬਾਅਦ ਜਿਹੜਾ ਪ੍ਰਕਾਸ਼ ਹੋਇਆ ਇੱਦਾਂ ਸੀ ਜਿਵੇਂ ਹਨੇਰੀ ਵਰਖਾ ਤੋਂ ਬਾਅਦ ਜਦੋਂ ਦਿਨ ਚੜ੍ਹਦਾ ਹੈ, ਸੂਰਜ ਨਿਕਲਦਾ ਹੈ, ਬਹੁਤ ਵਧੀਆ ਪ੍ਰਕਾਸ਼ ਹੁੰਦਾ, ਬਹੁਤ ਵਧੀਆ ਦਿਨ ਲੱਗਦਾ ਹੈ, ਸਾਰਾ ਅਸਮਾਨ ਸਾਫ਼ ਨਜ਼ਰ ਆਉਂਦਾ। ਇੱਦਾਂ ਹੀ ਸਾਨੂੰ ਇੱਥੇ ਪ੍ਰਕਾਸ਼ ਹੀ ਪ੍ਰਕਾਸ਼ ਦਿਸਣਾ ਸ਼ੁਰੂ ਹੋ ਗਿਆ। ਇਹਦਾ ਉਦਾਹਰਨ ਦੇ ਕੇ ਸੰਸਾਰ ਦੀ ਗੱਲ ਕਿੱਥੇ ਕੀਤੀ? ਮਨ ਦੀ। ਮਨ ਦੇ ਵਿੱਚੋਂ ਭਰਮ ਖਤਮ ਹੋ ਗਏ, ਪ੍ਰਕਾਸ਼ ਹੋ ਗਿਆ, ਅਗਿਆਨਤਾ ਖਤਮ ਹੋ ਗਈ, ਅੰਦੇ ਤ੍ਰਿਸ਼ਨਾ ਖਤਮ ਹੋਈ, ਮੋਹ ਦਾ ਸਤਿਰ ਟੁੱਟ ਗਿਆ, ਦੁਚਿੱਤੀ ਦੀਆਂ ਦੋ ਦੀਵਾਰਾਂ ਵੀ ਟੁੱਟ ਗਈਆਂ। ਹੁਣ ਕੋਈ ਭਰਮ ਨਹੀਂ ਰਿਹਾ, ਹੁਣ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਹੈ। ਆਓ ਅਗਲਾ ਸ਼ਬਦ ਹੈ ਗੌੜੀ ਚੇਤੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਫਿਰ ਉਹ ਸਤਿਗੁਰ ਦੀ ਕਿਰਪਾ ਸਦਕਾ ਇੱਕ ਹੀ ਹੈ ਓਂਕਾਰ, ਜਿਹੜਾ ਹੈ ਇੱਕ ਹੀ ਗਿਆਨ ਹੈ, ਇੱਕ ਹੀ ਸ਼ਬਦ ਹੈ, ਇੱਕ ਹੀ ਵਿਚਾਰ ਹੈ। ਇੱਕਾ ਬਾਣੀ ਏਕੋ ਗੁਰ ਏਕੋ ਸ਼ਬਦ ਵਿਚਾਰ। ਓਂਕਾਰ ਏਕ ਧੁਨ ਏਕੋ, ਏਕੋ ਰਾਗ ਅਲਾਪੈ। ਉਸ ਇੱਕ ਹੀ ਰਾਗ ਦੁਆਰਾ, ਇੱਕ ਹੀ ਗਿਆਨ ਦੁਆਰਾ ਹੀ, ਉਸ ਸੱਚੇ ਗੁਰ ਦੀ ਕਿਰਪਾ ਸਦਕਾ ਹੀ ਇਹ ਸਾਰਾ ਗਿਆਨ ਹੁੰਦਾ ਹੈ। ਹੁਣ ਸਮਝਾਉਂਦੇ ਨੇ ਰਹੋ ਪੰਕਤੀਆਂ ਨੇ, ਐਸੇ ਲੋਗਨ ਸਿਓ ਕਿਆ ਕਹੀਐ। ਐਸੇ ਲੋਕ ਕਹਿੰਦੇ ਕਿਆ ਕਹੀਏ ਉਹਨਾਂ ਤੋਂ? ਕਿਹੜੇ ਲੋਕ? ਜੋ ਪ੍ਰਭ ਕੀਏ ਭਗਤ ਤੇ ਬਾਝ, ਤਿੰਨ ਤੇ ਸਦਾ ਡਰਾਨੇ ਰਹੀਏ। ਜਿਸ ਨੂੰ ਪ੍ਰਭੂ ਨੇ ਆਪਣੀ ਭਗਤੀ ਤੋਂ ਦੂਰ ਕੀਤਾ ਹੈ, ਜਿਹੜੇ ਪ੍ਰਭੂ ਨੂੰ ਨਹੀਂ ਪਾਉਂਦੇ, ਜਿਨ੍ਹਾਂ ਨੂੰ ਪ੍ਰਭੂ ਆਪਣੀ ਭਗਤੀ ਵਿੱਚ ਨਹੀਂ ਲਾਉਂਦਾ, ਲੇਕਿਨ ਉਹ ਦਿਖਾਵਾ ਬਹੁਤ ਕਰਦੇ ਨੇ। ਪਰ ਉਹਨਾਂ ਨੂੰ, ਕਿਉਂਕਿ ਪ੍ਰਭੂ ਨੂੰ ਉਹ ਜੀਵ ਨਹੀਂ ਪਾਉਂਦੇ ਜਿਹੜੇ ਆਪਣੇ ਆਪ ਨੂੰ ਕੁਛ ਜਨਾਉਂਦੇ ਨੇ, ਉਹਨਾਂ ਨੂੰ ਭਗਤੀ ਤੋਂ ਬਾਝ ਕਰ ਦਿੰਦਾ ਹੈ ਪ੍ਰਭੂ। ਕਹਿੰਦੇ ਉਹਨਾਂ ਲੋਕਾਂ ਨੂੰ ਕਿਆ ਕਹੀਏ? ਕੀ ਹੈ ਕਿ ਉਹਨਾਂ ਤੋਂ ਤਾਂ ਆਪਾਂ ਦੂਰ ਹੀ ਰਹੀਏ, ਉਹਨਾਂ ਤੋਂ ਡਰਦੇ ਰਹੀਏ, ਕਿਉਂਕਿ ਉਹ ਆਪ ਤਾਂ ਪ੍ਰਭੂ ਤੋਂ ਵਿਛੜੇ ਨੇ, ਸਾਨੂੰ ਵੀ ਵਿਛੋੜ ਦੇਣਗੇ। ਉਹ ਆਪ ਤਾਂ ਭਗਤੀ ਤੋਂ ਬਾਝ ਹੋਏ ਨੇ, ਜੇ ਅਸੀਂ ਉਹਨਾਂ ਦਾ ਸੰਗ ਕਰਾਂਗੇ ਅਸੀਂ ਵੀ ਭਗਤੀ ਤੋਂ ਬਾਝ ਹੋ ਜਾਵਾਂਗੇ। ਜੋ ਪ੍ਰਭ ਕੀਏ ਭਗਤ ਤੇ ਬਾਝ, ਤਿੰਨ ਤੇ ਸਦਾ ਡਰਾਨੇ ਰਹੀਏ। ਕਹਿੰਦੇ ਉਹਨਾਂ ਤੇ ਡਰਦੇ ਰਹੋ। ਕਾਹ ਤੋਂ ਡਰਨਾ? ਕਿ ਉਹਨਾਂ ਦੀ ਸੰਗਤ ਨਹੀਂ ਕਰਨੀ, ਕਿਉਂਕਿ ਉਹ ਪ੍ਰਭੂ ਨੇ ਭਗਤੀ ਤੋਂ ਬਾਝ ਕੀਤੇ ਨੇ। ਆਪਾਂ ਉਹਨਾਂ ਦੀ ਸੰਗਤ ਕਰਾਂਗੇ ਤੇ ਸਾਨੂੰ ਵੀ ਪ੍ਰਭੂ ਭਗਤੀ ਤੋਂ ਬਾਝ ਕਰ ਦੇਗਾ। ਇਹ ਰਹੋ ਪੰਕਤੀਆਂ ਨੇ ਸ਼ਬਦੀਆਂ। ਔਰ ਸ਼ਬਦ ਸ਼ੁਰੂ ਕਰਦੇ ਹਾਂ। ਹਰ ਜਸ ਸੁਣੈ ਨਾ ਹਰ ਗੁਣ ਗਾਵੈ। ਕਹਿੰਦੇ ਹਰੀ ਦਾ ਜਸ ਸੁਣਿਆ ਨਹੀਂ। ਹਰੀ ਦਾ ਜਸ ਨਾ ਸੁਣਿਆ, ਜੇ ਸੁਣਿਆ ਹੀ ਨਹੀਂ, ਭੇਤ ਨਹੀਂ ਤੇ ਗਾ ਵੀ ਨਹੀਂ ਸਕਦੇ। ਹਰੀ ਦਾ ਜਸ ਨਹੀਂ ਗਾ ਸਕਦੇ। ਹਾਂ, ਤ੍ਰੈ ਗੁਣੀ ਵਿਚਾਰਾਂ ਕਰ ਸਕਦੇ ਨੇ, ਸੰਸਾਰੀ ਗੱਲਾਂ ਕਰ ਸਕਦੇ ਨੇ, ਜੋ ਇੱਥੇ ਜਾ ਕੇ ਆਪਾਂ ਪਹਿਲਾਂ ਹੀ ਵਿਚਾਰ ਕੇ ਆਏ ਹਾਂ ਕਿ ਜਿੱਥੇ ਸਭ ਸੂਤਕ ਹੈ, ਲੇਕਿਨ ਹਰੀ ਦਾ ਜਸ ਨੂੰ ਨਹੀਂ ਸੁਣ ਸਕਦੇ। ਕਿਉਂਕਿ ਹਰੀ ਦਾ ਜਸ ਜਿਹੜਾ ਕੌਣ ਕਰਦਾ ਹੈ? ਜਿਨ੍ਹਾਂ ਦੇ ਹਿਰਦੇ ਦੇ ਵਿੱਚ ਆਪ ਵਸਿਆ ਹੈ। ਇਸ ਕਰਕੇ ਨਾ ਸੁਣਿਆ ਹੈ ਤੇ ਨਾ ਗਾਉਂਦੇ ਨੇ। ਬਾਤਨ ਹੀ ਅਸਮਾਨ ਗਰਾਵੈ। ਕਹਿੰਦੇ ਬਾਤਾਂ ਦੇ ਨਾਲ ਤਾਂ ਇਹ ਕਰਦੇ ਨੇ ਵੀ ਪਤਾ ਨਹੀਂ ਅਸੀਂ ਕਿੱਡੇ ਗਿਆਨਵਾਨ ਹਾਂ, ਅਸੀਂ ਕਿੱਡੇ ਕੁ ਪ੍ਰਭੂ ਦੇ ਭਗਤ ਹਾਂ। ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਜਿਵੇਂ ਅਸਮਾਨ ਨੂੰ ਧਰਤੀ 'ਤੇ ਡਿੱਗਲ ਨਾ ਹੋਣਾ ਹੋਵੇ।
ਇੱਦਾਂ ਗੱਲਾਂ ਕਰਦੇ ਨੇ ਬਾਤਾਂ ਦੇ ਨਾਲ, ਪਰ ਹਰੀ ਦਾ ਜਸ ਉਹਨਾਂ ਕਦੇ ਸੁਣਿਆ ਨਹੀਂ ਤੇ ਨਾ ਹਰੀ ਦੇ ਗੁਣ ਗਾ ਸਕਦੇ ਨੇ। ਐਸੇ ਜਨਾਂ ਤੋਂ ਡਰਾਨੇ ਰਹੀਏ। ਆਪ ਨਾ ਦੇ ਚੂਰੂ ਪਰ ਪਾਣੀ। ਆਪ ਤਾਂ ਕਿਸੇ ਨੂੰ ਇੱਕ ਚੁੱਲੂ ਵੀ ਪਾਣੀ ਨਹੀਂ ਦੇ ਸਕਦੇ। ਕਿਹੜਾ ਪਾਣੀ? ਜਿਹੜਾ ਨਾਮ ਦਾ ਅੰਮ੍ਰਿਤ ਜਲ ਹੈ। ਤਹਿ ਨਿੰਦਾ ਹੈ ਜੇ ਗੰਗਾ ਆਨੀ। ਪਰ ਜਿਨ੍ਹਾਂ ਨੇ ਇਸ ਨਾਮ ਨੂੰ ਲੱਭ ਲਿਆ, ਨਾਮ ਨੂੰ ਬੁੱਝ ਲਿਆ ਤੇ ਜੀਵਾਂ ਨੂੰ ਗਿਆਨ ਦੇ ਰਹੇ ਨੇ, ਹੋਰਾਂ ਨੂੰ ਨਾਮ ਦਾ ਭੇਦ ਦੇ ਰਹੇ ਨੇ, ਗੰਗਾ ਦੇ ਵਿੱਚ ਇਸ਼ਨਾਨ ਕਰਵਾ ਰਹੇ ਨੇ। ਨਾਮ ਨੂੰ ਗੰਗਾ ਵੀ ਕਿਹਾ ਹੈ ਤੇ ਆਪਾਂ ਗੰਗਾ ਜਮਨਾ ਜਿੱਥੇ ਇਕੱਠੀਆਂ ਰੋਜ਼ ਇਸ਼ਨਾਨ ਕਰਦੇ ਹਾਂ, ਕਹਿੰਦੇ ਉਹਨਾਂ ਦੀ ਉਹ ਨਿੰਦਾ ਕਰਦੇ ਨੇ ਐਸੇ ਲੋਕ ਜਿਹੜੇ। ਕਿਉਂਕਿ ਜੇ ਸੰਤਾਂ ਦੀ ਨਿੰਦਾ ਕਰੇਗਾ, ਜਿਹੜਾ ਭਗਤਾਂ ਦੀ ਨਿੰਦਾ ਕਰੇਗਾ, ਜੇ ਅਸੀਂ ਐਸੇ ਨਿੰਦਕ ਦਾ ਸੰਗ ਵੀ ਕਰਾਂਗੇ, ਅਸੀਂ ਵੀ ਸਜ਼ਾ ਦੇ ਭਾਗੀ ਬਣ ਜਾਵਾਂਗੇ। ਤੇ ਨਿੰਦਾ ਹੈ ਜੇ ਗੰਗਾ ਆਨੀ। ਜਿਹਨੇ ਗੰਗਾ ਪ੍ਰਗਟ ਕਰ ਲਈ ਆਪਣੇ ਅੰਦਰ ਤੇ ਦੂਜਿਆਂ ਨੂੰ ਦੱਸਦਾ ਵੀ ਇੱਥੇ ਗੰਗਾ ਹੈ, ਇੱਦਾਂ ਗੰਗਾ ਪ੍ਰਗਟ ਹੋ ਜਾਂਦੀ ਹੈ, ਉਹਦੀ ਨਿੰਦਾ ਕਰਦੇ ਨੇ। ਬੈਠਤ ਊਠਤ ਕੁਟਿਲਤਾ ਚਾਲੈ। ਬਹਿੰਦੇ ਉੱਠਦੇ ਉਹਦੀਆਂ ਜਿਹੜੀਆਂ ਚਾਲਾਂ ਨੇ ਉਹ ਗਲਤ ਚਾਲਾਂ ਚੱਲਦੇ ਨੇ, ਗਲਤ ਗਿਆਨ ਦਿੰਦੇ ਨੇ। ਉਹਨਾਂ ਦੇ ਅੰਦਰ ਕੁਟਿਲਤਾ ਰਹਿੰਦੀ ਹੈ, ਉਹਨਾਂ ਦੇ ਅੰਦਰ ਚਲਾਕੀ ਹੈ, ਉਹਨਾਂ ਦੇ ਅੰਦਰ ਬੇਈਮਾਨੀ ਹੈ। ਇਸ ਕਰਕੇ ਉਹ ਪ੍ਰਭੂ ਉਹਨਾਂ ਤੋਂ ਖੁਸ਼ ਨਹੀਂ ਹੁੰਦਾ। ਇਸ ਕਰਕੇ ਉਹ ਪ੍ਰਭੂ ਤੋਂ ਭਗਤੀ ਤੋਂ ਬਾਜ ਨੇ। ਆਪ ਗਏ ਔਰਨ ਹੂੰ ਕਾਲੈ। ਕਹਿੰਦੇ ਆਪ ਤਾਂ ਵਿਛੜ ਗਏ ਪ੍ਰਭੂ ਤੋਂ, ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਤਾਂ ਬਾਜ ਕਰ ਹੀ ਦਿੱਤਾ। ਹੋਰਾਂ ਨੂੰ ਜਾ ਕੇ ਦੱਸਦੇ ਨੇ ਤੇ ਜਿੱਥੇ ਜਿਹੜੇ ਉਹਨਾਂ ਨੂੰ ਸੁਣਨਗੇ ਉਹ ਵੀ ਪ੍ਰਭੂ ਤੋਂ ਜਾਂਦੇ ਲੱਗਣਗੇ। ਉਹ ਵੀ ਪ੍ਰਭੂ ਉਹਨਾਂ ਨੂੰ ਭਗਤੀ ਤੋਂ ਬਾਜ ਕਰ ਦੇਗਾ। ਸਾਰ ਕੁਚਰਚਾ ਆਨ ਨਾ ਜਾਣੈ। ਕਹਿੰਦੇ ਹੋਰ ਕੁਝ ਜਾਣਦੇ ਹੀ ਨਹੀਂ, ਕੋਈ ਚਰਚਾ ਛੱਡਣੀ ਨਹੀਂ ਚਾਹੁੰਦੇ, ਹੋਰ ਕੁਝ ਜਾਣਨਾ ਨਹੀਂ ਚਾਹੁੰਦੇ। ਬ੍ਰਹਮਾ ਹੋ ਕੋ ਕਹਿਓ ਨਾ ਮਾਨੈ। ਹੁਣ ਵੇਦਾਂ ਦੇ ਵਿੱਚ ਜੋ ਲਿਖਿਆ ਹੈ, ਵੇਦਾਂ ਦੇ ਵਿੱਚ ਨਾਮ ਦੀ ਗੱਲ ਕੀਤੀ ਹੈ ਕਿ ਨਾਮ ਤੋਂ ਬਿਨਾਂ ਸਾਰਾ ਕੁਝ ਝੂਠ ਹੈ। ਕਿਹਨੇ ਲਿਖੇ ਨੇ? ਬ੍ਰਹਮਾ ਨੇ ਲਿਖਾਏ। ਕਿਸ ਨੇ? ਪਰਮੇਸ਼ਰ ਨੇ। ਪਰ ਇਹ ਜੀਵ ਕਹਿੰਦੇ ਕੋਈ ਚਰਚਾ ਛੱਡਦੇ ਨਹੀਂ, ਹੋਰ ਕੋਈ ਜਾਣਦੇ ਨਹੀਂ, ਇਸ ਕਰਕੇ ਕਹਿਆ ਵੀ ਨਹੀਂ ਮੰਨਦੇ। ਬ੍ਰਹਮਾ ਦਾ ਲਿਖਿਆ ਹੋਏ ਨੂੰ ਮੰਨਦੇ ਨਹੀਂ। ਜੋ ਪ੍ਰਭੂ ਦਾ ਹੁਕਮ ਬ੍ਰਹਮਾ ਦੁਆਰਾ ਸੰਸਾਰ 'ਚ ਆਇਆ ਹੈ, ਜਾਂ ਉਹਦੇ ਭਗਤਾਂ ਦੁਆਰਾ, ਉਹਨੂੰ ਮੰਨਦੇ ਨਹੀਂ। ਆਪ ਗਏ ਔਰਨ ਹੂੰ ਖੋਵੈ। ਕਹਿੰਦੇ ਆਪ ਤਾਂ ਗਏ ਹੀ ਨੇ, ਵਿਛੜੇ ਹੀ ਨੇ ਪ੍ਰਭੂ ਤੋਂ, ਹੋਰਾਂ ਨੂੰ ਵੀ ਵਿਛੋੜਦੇ ਨੇ। ਹੋਰਾਂ ਨੂੰ ਵੀ ਗਲਤ ਗਿਆਨ ਦੇ ਕੇ ਸਾਖਤ ਦਾ ਸੰਗ ਹੈ ਜਿਹੜਾ, ਉੱਥੇ ਫਿਰ ਸਾਨੂੰ ਦੱਸਿਆ ਹੈ ਸਾਖਤ ਸੰਗ ਨਾ ਕੀਜੀਐ, ਦੂਰੋਂ ਜਾਈਏ ਭਾਗ, ਬਾਸਨ ਕਾਨ ਪਰਸੀਏ ਤਾਂ ਕਿਛ ਲਾਗੈ ਦਾਗ। ਵੀ ਆਪ ਤਾਂ ਵਿਛੜੇ ਨੇ, ਹੋਰਾਂ ਨੂੰ ਵੀ ਵਿਛੋੜ ਦਿੰਦੇ ਨੇ। ਹੋਰਾਂ ਨੂੰ ਵੀ ਉਹ ਅਵਸਥਾ 'ਚ ਲੈ ਜਾਂਦੇ ਜਿਹੜੇ ਪ੍ਰਭੂ ਨੂੰ ਨਹੀਂ ਪਾਉਣਗੇ। ਆਗ ਲਗਾਏ ਮੰਦਰ ਮੈਂ ਸੋਵੇ। ਉਹਨਾਂ ਦੀ ਹਾਲਤ ਕਿਹੋ ਜਿਹੀ ਹੈ? ਮੰਦਰ ਬਣਿਆ ਹੈ, ਮਕਾਨ ਬਣਿਆ ਹੈ ਲੱਕੜ ਦਾ, ਤੇ ਲੱਕੜ ਮੰਦਰ ਨੂੰ ਅੱਗ ਲਾਈ ਹੋਈ ਵਿੱਚ ਸੌ ਰਹੇ ਨੇ। ਭਾਵ ਨਾ ਆਪ ਪਤਾ ਕਿ ਅਸੀਂ ਛੱਡ ਜਾਵਾਂਗੇ, ਸਾਡਾ ਜੀਵਨ ਬਰਬਾਦ ਹੋ ਜਾਏਗਾ, ਤੇ ਨਾ ਇਹ ਪਤਾ ਵੀ ਦੂਜਿਆਂ ਦਾ ਹੋ ਜਾਏਗਾ। ਆਪ ਤਾਂ ਗਏ ਨੇ, ਹੋਰਾਂ ਨੂੰ ਵੀ ਗਿਆਨ ਦੇ ਕੇ ਵਿਛੋੜਦੇ ਨੇ। ਐਸੀ ਹਾਲਤ ਹੈ। ਕਹਿੰਦੇ ਗਿਆਨਵਾਨ ਹਾਂ ਪਰ ਸੌਂਦੇ ਮੰਦਰ ਸੌਂਦੇ ਨੇ ਅੱਗ ਲਾ ਕੇ ਆਲੇ ਦੁਆਲੇ। ਅਵਰਨ ਹਸਤ ਆਪ ਹੈ ਕਾਨੇ। ਜਿਵੇਂ ਕੋਈ ਜੀਵ ਹੈ, ਜੇ ਆਪਾਂ ਕਿਸੇ ਨੂੰ ਸਹਾਰਾ ਦੇਣਾ ਹੋਵੇ, ਤਕੜਾ ਮਾਲੇ ਸਹਾਰਾ ਦਿੰਦਾ ਹੈ, ਆਪਣੇ ਕੰਧਿਆਂ ਪਰ ਹੱਥ ਰਖਾ ਲੈਂਦਾ, ਐਦਾਂ ਉਹ ਜੀਵ ਜਿਹੜੇ ਨੇ
ਉਹ ਕਹਿੰਦੇ ਨੇ ਵੀ ਤੁਸੀਂ ਆਪ ਗਿਆਨ ਦਿੰਦੇ ਨੇ, ਦੂਜੇ ਸੁਣ ਕੇ ਚੱਲਦੇ ਨੇ, ਵੀ ਆਪਣੇ ਕੰਧਿਆਂ ਪਰ ਦੂਜਿਆਂ ਦੇ ਹੱਥ ਰਖਾ ਕੇ ਤੋਰਦੇ ਨੇ। ਤਿੰਨ ਕੋ ਦੇਖ ਕਬੀਰ ਲਿਜਾਨੇ। ਤੇ ਬਾਬਾ ਕਬੀਰ ਜੀ ਕਹਿੰਦੇ ਐਸੇ ਲੋਕਾਂ ਨੂੰ ਦੇਖ ਕੇ ਤਾਂ ਸਾਨੂੰ ਸ਼ਰਮ ਆਉਂਦੀ ਹੈ ਕਿ ਦਿਖਾਵਾ ਬਹੁਤ ਕਰਦੇ ਨੇ, ਪਰ ਨਾ ਹਰੀ ਦਾ ਜਸ ਨੂੰ ਕਦੇ ਸੁਣਿਆ ਉਹਨਾਂ ਨਾ ਗਾ ਸਕਦੇ ਨੇ। ਆਪ ਤਾਂ ਵਿਛੜੇ ਨੇ, ਪ੍ਰਭੂ ਨੇ ਉਹਨਾਂ ਨੂੰ ਤਾਂ ਭਗਤੀ ਤੋਂ ਬਾਝ ਕੀਤਾ ਹੀ ਹੋਇਆ ਹੈ, ਤੇ ਹੋਰਾਂ ਨੂੰ ਵੀ ਉਹ ਜਿਹੇ ਬਣਾ ਰਹੇ ਨੇ, ਕੁਰਾਹੇ ਪਾ ਰਹੇ ਨੇ, ਜਿਹੜੇ ਪ੍ਰਭੂ ਦੀ ਭਗਤੀ ਦੇ ਵਿੱਚ ਨਹੀਂ ਲੱਗ ਸਕਦੇ, ਕਿਉਂਕਿ ਜਿਹੜੇ ਸਾਖਤਾਂ ਦਾ ਸੰਗ ਕਰਦੇ ਨੇ ਪ੍ਰਭੂ ਨੂੰ ਉਹ ਨਹੀਂ ਪਾਉਂਦੇ। ਇਸ ਕਰਕੇ ਬਾਬਾ ਕਬੀਰ ਸਮਝਾਉਂਦੇ ਨੇ, ਕਬੀਰ ਸੰਗਤ ਕਰੀਏ ਸਾਧਕੀ, ਵੀ ਸੰਗਤ ਜੇ ਕਰਨੀ ਹੈ ਸਾਧੂ ਦੀ ਕਰਨੀ ਹੈ, ਉਹਦੇ ਦੁਆਰਾ ਹੀ ਸਾਡਾ ਨਿਰਵਾਹ ਹੋਣਾ ਹੈ, ਜਾਤੇ ਹੋਏ ਨਿਰਵਾਹ। ਸਾਖਤ ਦੇ ਸੰਗ ਨਹੀਂ ਕਰਨਾ, ਸਾਧੂ ਦੀ, ਸਾਧੂ ਦਾ, ਸੰਤ ਦੀ ਗੈਲ ਨਹੀਂ ਛੱਡਣੀ, ਸੰਤ ਦਾ ਸੰਗ ਨਹੀਂ ਛੱਡਣਾ, ਸੰਤ ਦੀ ਗੈਲ ਨਾ ਛੱਡੀਏ। ਕਹਿੰਦੇ ਸੰਤ ਦੀ ਗੱਲ ਨਹੀਂ ਛੱਡਣੀ, ਮਾਰਗ ਲਾਗੇ ਜਾਓ, ਭੇਟਤ ਹੀ ਪੁਨੀਤ ਹੋਏ, ਦੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾ। ਤੇ ਇੱਦਾਂ ਸਾਨੂੰ ਸਮਝਾਇਆ ਹੋਇਆ ਹੈ ਕਿ ਐਸੇ ਜੀਵ ਜਿਹੜੇ ਨੇ ਉਹਨਾਂ ਤੋਂ ਸਦਾ ਡਰ ਕੇ ਹੀ ਰਹਿਣਾ ਹੈ, ਕਿ ਐਸੇ ਜੀਵਾਂ ਦਾ ਸਾਨੂੰ ਸੰਗ ਨਾ ਹੋ ਜਾਵੇ ਜਿਹੜੇ ਪ੍ਰਭੂ ਨੇ ਭਗਤੀ ਤੋਂ ਬਾਝ ਕੀਤੇ ਨੇ। ਆਓ ਇੱਕ ਸ਼ਬਦ ਹੋਰ ਵਿਚਾਰ ਲੈਂਦੇ ਹਾਂ। ਰਾਗ ਗੌੜੀ ਬੈਰਾਗਨ, ਕਬੀਰ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਹੋ ਪੰਕਤੀਆਂ ਨੇ। ਮੋਕੋ ਕੁਸ਼ਲ ਬਤਾਵੋ ਕੋਈ। ਕੁਸ਼ਲ ਹੁੰਦਾ ਹੈ ਵਧੀਆ, ਚੰਗਾ, ਆਪਣੇ ਚੰਗੇ ਵਾਸਤੇ, ਆਪਣੇ ਭਲੇ ਵਾਸਤੇ। ਕਹਿੰਦੇ ਮੈਨੂੰ ਕੋਈ ਬਤਾਓ, ਕੋਈ ਬੰਦਾ ਦੱਸੋ ਵੀ ਮੇਰਾ ਕੁਸ਼ਲ, ਮੇਰਾ ਭਲਾ ਕਿਵੇਂ ਹੋਏਗਾ। ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਕੁਸ਼ਲ ਵੀ ਕੈਸੇ ਹੋਈ। ਕਹਿੰਦੇ ਕੁਸ਼ਲ ਕੁਸ਼ਲ ਕਰਦੇ ਸਾਰਾ ਸੰਸਾਰ ਬਿਨਸ ਜਾ ਰਿਹਾ, ਪਰ ਕੁਸ਼ਲ ਨਹੀਂ, ਭਾਵ ਜੀਵ ਆਪਣਾ ਜੀਵਨ ਨਹੀਂ ਸਵਾਰ ਸਕਦਾ, ਆਪਣਾ ਭਲਾ ਨਹੀਂ ਕਰ ਸਕਦਾ। ਭਲਾ ਭਲਾ ਕਰਦੇ ਸਾਰਾ ਸੰਸਾਰ ਬਿਨਸ ਰਿਹਾ, ਪਰ ਜਿਹੜਾ ਅਸਲੀ ਭਲਾ ਹੈ ਉਹ ਪਤਾ ਨਹੀਂ ਵੀ ਉਹ ਭਲਾ ਕੀ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਸਗਲ ਉਦਮ ਹੈ ਉਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਸਾਡਾ ਭਲਾ ਕੀ ਹੈ ਕਿ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਰਹਿਣਾ। ਪਰ ਕਹਿੰਦੇ ਕੋਈ ਬਤਾਓ, ਕਿਉਂਕਿ ਸਾਰਾ ਸੰਸਾਰ ਬਿਨਸ ਰਿਹਾ ਹੈ ਪਰ ਕੁਸ਼ਲ ਨਹੀਂ ਹੋ ਰਿਹਾ, ਆਪਣਾ ਜੀਵਨ ਨਹੀਂ ਸਵਾਰ ਕੇ ਜਾ ਰਿਹਾ, ਆਪਣੇ ਜੀਵਨ ਦਾ ਲਾਹਾ ਨਹੀਂ ਲੈ ਸਕਦਾ। ਕੀ ਕਰਦਾ ਸੰਸਾਰ। ਕਹਿੰਦੇ ਜੀਵਤ ਪਿਤਰ ਨਾ ਮਾਨੈ ਕੋ, ਮੋਹ ਸਰਾਧ ਕਰਾਈ। ਪਿੱਤਰ ਹੁੰਦੇ ਨੇ ਮਾਂ ਬਾਪ, ਜਿਹੜੇ ਸਾਡੇ ਵਡਾਰੂ ਨੇ, ਮਾਂ ਬਾਪ, ਦਾਦਾ ਦਾਦੀ, ਇੱਦਾਂ ਜੋ ਵੱਡੇ ਨੇ। ਜਿੰਨੀ ਦੇਰ ਉਹ ਜਿਉਂਦੇ ਨੇ ਉਹਨਾਂ ਦੀ ਸੇਵਾ ਨਹੀਂ ਕਰਦੇ, ਉਹਨਾਂ ਨੂੰ ਪੁੱਛਦੇ ਨਹੀਂ, ਪਰ ਜਦੋਂ ਉਹ ਮਰਦੇ ਨੇ ਤੇ ਫਿਰ ਸਰਾਧ ਕਰਦੇ ਨੇ। ਅੱਗੇ ਸਰਾਧ ਕਰਦੇ ਸੀ ਆਪਾਂ ਵੀ, ਬਾਰੇ ਕਰ ਦਿੰਦੇ ਹਾਂ, ਕੋਈ ਬਾਰਾ ਕਹਿ ਦਿੰਦਾ ਹੈ, ਹਗਾਮਾ ਕਹਿ ਦਿੰਦਾ ਹੈ, ਆਪਾਂ ਪਾਠ ਕਰਵਾਉਂਦੇ ਹਾਂ, ਭੋਗ ਪਾਉਂਦੇ ਹਾਂ, ਫਿਰ ਮਠਿਆਈਆਂ, ਜੇ ਸਿਆਣਾ ਹੈ ਮਠਿਆਈਆਂ ਬਣਾਉਂਦੇ ਹਾਂ, ਪਕੌੜੇ ਬਣਾਉਂਦੇ ਹਾਂ, ਤੇ ਇੱਦਾਂ, ਪਰ ਜਿਉਂਦੇ ਦੀ ਸੇਵਾ ਨਹੀਂ ਕਰਦੇ। ਪਿੱਤਰ ਵੀ ਵਪਰੇ ਕਹੋ ਕਿਉ ਪਾਵੈ, ਕਹੂਆ ਕੂਕਰ ਖਾਈ। ਫਿਰ ਜਦੋਂ ਕਰਦੇ ਨੇ, ਜਿੱਥੇ ਉਸ ਨੂੰ ਸੰਸਕਾਰ ਕੀਤਾ ਹੁੰਦਾ ਹੈ ਉੱਥੇ ਵੀ ਰੱਖਦੇ ਨੇ ਜੀਵ, ਕਿ ਲਓ ਉਸ ਨੂੰ ਵੀ ਰੱਖ ਕੇ ਆਓ, ਤਾਂ ਕਿ ਉਸ ਨੂੰ ਪਤਾ ਲੱਗ ਜਾਏ ਕਿ ਤੇਰਾ ਸਰਾਧ ਕੀਤਾ ਹੈ। ਪਰ ਕਹਿੰਦੇ ਉਹ ਵਿਚਾਰੇ ਕੀ ਕਰਨ, ਖਾਣਾ ਕਿਹਨਾਂ ਨੇ ਉੱਥੇ, ਕੌਂ ਖਾ ਜਾਂਦੇ, ਕੁੱਤੇ ਖਾ ਜਾਂਦੇ ਨੇ। ਕਊਆ ਕੂਕਰ ਖਾਹੀ, ਉਹਨਾਂ ਕੋਲ ਤਾਂ ਪਹੁੰਚਦਾ ਨਹੀਂ, ਕਿਉਂਕਿ ਉਹ ਤਾਂ ਖਾ ਹੀ ਨਹੀਂ ਸਕਦੇ। ਖਾਣਾ ਸਰੀਰ ਨੇ ਸੀ, ਸਰੀਰ ਨਾਸਬੰਦ ਹੋ ਗਿਆ, ਮਨ ਨੇ ਤਾਂ, ਮਨ ਦਾ ਇਹ ਭੋਜਨ ਹੀ ਨਹੀਂ ਹੈ।
ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜਿਉ ਦੇਹੀ। ਤੇ ਕੁਛ ਕੀ ਕਰਦੇ ਨੇ, ਮਿੱਟੀ ਦੇ ਦੇਵੀ ਦੇਵਤੇ ਬਣਾ ਲੈਂਦੇ ਨੇ, ਉਹਨਾਂ ਦੇ ਅੱਗੇ ਜਾ ਕੇ ਕੋਈ ਬਲੀਆਂ ਦਿੰਦਾ ਹੈ, ਕੋਈ ਕਿਸ ਚੀਜ਼ ਨੂੰ ਚਲਾਉਂਦਾ ਹੈ, ਮੱਥੇ ਟੇਕਦਾ ਹੈ, ਕੋਈ ਕੜਾਹ ਬਣਾ ਕੇ ਲੈ ਜਾਂਦਾ ਹੈ, ਕੋਈ ਚੂਰਮਾ ਬਣਾ ਕੇ ਲੈ ਜਾਂਦਾ ਹੈ, ਵੱਖਰੀਆਂ ਵੱਖਰੀਆਂ ਚੀਜ਼ਾਂ ਉਹਨਾਂ ਅੱਗੇ ਮੱਥੇ ਟੇਕਦੇ ਨੇ, ਸਿਰ ਝੁਕਾਉਂਦੇ ਨੇ। ਐਸੇ ਪਿਤਰ ਤੁਮਾਰੇ ਕਹੀਐ ਆਪਣ ਕਹਿਆ ਨਾ ਲੈਹੀ। ਕਹਿੰਦੇ ਇਹੋ ਜਿਹੇ ਪਿੱਤਰ ਤੁਹਾਡੇ ਤਾਂ ਹੋ ਸਕਦੇ ਬਾਬਾ ਕਬੀਰ ਜੀ ਕਹਿੰਦੇ, ਜੇ ਤੁਸੀਂ ਬਣਾਈ ਬੈਠੇ ਹੋ ਮਰਿਆਂ ਤੇ ਸਰਾਧ ਕਰਨੇ ਦੇ, ਮਿੱਟੀ ਦੇ ਦੇਵੀ ਦੇਵਤੇ ਬਣਾ ਲੈਂਦੇ ਹਾਂ, ਫਿਰ ਉਹਨਾਂ ਦੇ ਅੱਗੇ ਬੇਨਤੀਆਂ ਕਰਦੇ ਹਾਂ, ਉਹਨਾਂ ਦੇ ਅੱਗੇ ਮੱਥੇ ਟੇਕਦੇ ਹਾਂ। ਕਹਿੰਦੇ ਤੁਹਾਡੇ ਤਾਂ ਹੋ ਸਕਦੇ ਪਰ ਸਾਡਾ ਨਹੀਂ। ਅਸੀਂ ਐਸੇ ਦੇਵੀ ਦੇਵਤੇ, ਅਸੀਂ ਐਸੇ ਪਿਤਰਾਂ ਨੂੰ ਨਹੀਂ ਮੰਨਦੇ। ਅਸੀਂ ਤਾਂ ਇੱਕ ਪਰਮੇਸ਼ਰ ਨੂੰ ਹੀ ਮੰਨਦੇ ਨੇ, ਭਗਤ ਇੱਕ ਪਰਮੇਸ਼ਰ ਦੀ ਹੀ ਭਗਤੀ ਕਰਦੇ ਨੇ। ਸਰ ਜੀਓ ਘਟੈ ਨਿਰਜੀਓ ਪੂਜੈ ਅੰਤ ਕਾਲ ਕੋ ਪਾਰੀ। ਹੁਣ ਕੀ ਕਰਦੇ ਨੇ ਕਿ ਕੋਈ ਉਹਨਾਂ ਨੂੰ ਦੇਵੀ ਦੇਵਤਿਆਂ ਨੂੰ ਬਲੀਆਂ ਦਿੰਦਾ ਹੈ, ਜਿਉਂਦੇ ਜੀਵਾਂ ਨੂੰ ਕੱਟਦੇ ਨੇ, ਜਾਂ ਮਿੱਟੀ ਦੀਆਂ ਸਮਾਧਾਂ 'ਤੇ ਜਾ ਕੇ ਲੋਕ ਕੋਈ ਫੁੱਲ ਚੜਾਉਂਦਾ ਹੈ, ਕੋਈ ਕੁਛ ਅਰਪਣ ਕਰਦਾ ਹੈ, ਕੋਈ ਕੁਛ ਅਰਪਣ ਕਰਦਾ ਹੈ। ਮਿੱਟੀ ਦੇ ਵਿੱਚ ਤਾਂ ਜਾਨ ਨਹੀਂ ਹੈ, ਅਤੇ ਜਿਹੜੇ ਜੀਵ ਜਾਨ ਵਾਲੇ ਨੇ ਉਹਨਾਂ ਦੀਆਂ ਬਲੀਆਂ ਦਿੰਦੇ ਨੇ ਉਹਨਾਂ ਨੂੰ, ਮਿੱਟੀ ਦੇ ਦੇਵੀ ਦੇਵਤਿਆਂ ਨੂੰ। ਅਤੇ ਕਹਿੰਦੇ ਇਸ ਦੀ ਫਿਰ ਸਜ਼ਾ ਕੀ ਹੋਣੀ ਹੈ? ਅੰਤ ਕਾਲ ਕੋ ਪਾਰੀ। ਕਹਿੰਦੇ ਅੰਤ ਸਮੇਂ ਫਿਰ ਬਹੁਤ ਸਜ਼ਾ ਮਿਲਣੀ, ਭਾਰੀ ਸਜ਼ਾ ਮਿਲਣੀ ਹੈ। ਰਾਮ ਨਾਮ ਕੀ ਗਤ ਨਹੀਂ ਜਾਨੀ ਤੈ ਡੂਬੇ ਸੰਸਾਰੀ, ਪੈ ਡੂਬੇ ਸੰਸਾਰੀ। ਕਹਿੰਦੇ ਰਾਮ ਨਾਮ ਦੀ ਗਤ ਜਾਣੀ ਨਹੀਂ ਹੈ, ਲੇਕਿਨ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਇਹਨਾਂ ਨੂੰ ਪੂਜਦੇ ਨੇ, ਪਿਤਰਾਂ ਨੂੰ ਪੂਜਦੇ ਨੇ, ਸਰਾਧ ਕਰਦੇ ਨੇ। ਇਹਨਾਂ ਨੂੰ ਅੰਤ ਸਮੇਂ ਫਿਰ ਸਜ਼ਾ ਮਿਲਣੀ ਹੈ। ਇਹਨਾਂ ਨੇ ਸੰਸਾਰ ਦੇ ਵਿੱਚ ਡੁੱਬਣਾ ਹੈ, ਭਵ ਸਾਗਰ ਦੇ ਵਿੱਚ ਡੁੱਬਣਾ ਹੈ, ਕਿਉਂਕਿ ਰਾਮ ਨਾਮ ਦੀ ਗਤ ਨਹੀਂ ਜਾਣੀ। ਦੇਵੀ ਦੇਵਾ ਪੂਜਾ ਡੋਲੈ ਪਾਰ ਬ੍ਰਹਮ ਨਹੀਂ ਜਾਣਾ। ਕਿਉਂਕਿ ਦੇਵੀ ਦੇਵਤਿਆਂ ਨੂੰ ਪੂਜਦੇ ਨੇ ਤੇ ਡੋਲਦੇ ਵੀ ਨੇ, ਕਿਉਂਕਿ ਦੇਵੀ ਦੇਵਤੇ ਖੁਦ ਡੋਲਦੇ ਨੇ। ਇਸ ਕਰਕੇ ਜਿਹੜਾ ਜੀਵ ਦੇਵੀ ਦੇਵਤਿਆਂ ਦਾ ਪੂਜਾ ਕਰੇਗਾ ਉਹ ਵੀ ਡੋਲੇਗਾ। ਜਿਵੇਂ ਆਪਾਂ ਦਰੱਖਤ 'ਤੇ ਚੜ੍ਹ ਜਾਈਏ, ਦਰੱਖਤ ਡੋਲੇਗਾ ਅਤੇ ਉੱਪਰ ਦਰੱਖਤ 'ਤੇ ਚੜ੍ਹਿਆ ਬੰਦਾ ਵੀ ਡੋਲੇਗਾ। ਜਾਂ ਸੰਸਾਰੀ ਕਿਸੇ ਚੀਜ਼ 'ਤੇ ਆਪਾਂ ਜਾਂਦੇ ਹਾਂ ਉਹ ਡੋਲਦੀ ਹੈ, ਅਤੇ ਉਸ ਦੇ ਉੱਤੇ ਆਪਾਂ ਹੋਈਏ ਆਪਾਂ ਵੀ ਡੋਲਾਂਗੇ। ਇੱਦਾਂ ਹੀ ਇਹ ਸੰਸਾਰ ਸਾਰਾ ਡੋਲਦਾ ਹੈ, ਦੇਵੀ ਦੇਵਤੇ ਵੀ। ਅਤੇ ਅਡੋਲ ਕੀ ਹੈ? ਪ੍ਰਭੂ ਦਾ ਨਾਮ। ਪ੍ਰਭੂ ਪਰਬਤ ਦੀ ਨਹੀਂ ਹੈ, ਪਰਬਤ ਡੋਲਦਾ ਨਹੀਂ ਹੈ, ਦਰੱਖਤ ਡੋਲਦੇ ਨੇ, ਬਹੁਤ ਸਾਰੀਆਂ ਚੀਜ਼ਾਂ ਡੋਲ। ਜਦ ਤੱਕ ਅਸੀਂ ਉਹਨਾਂ ਨਾਲ ਜੁੜੇ ਹਾਂ, ਦੇਵੀ ਦੇਵਤੇ ਸੰਸਾਰ ਦੇ ਨੇ, ਡੋਲਦੇ ਨੇ, ਅਤੇ ਅਸੀਂ ਵੀ ਡੋਲਦੇ ਹਾਂ। ਇਸ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਦੇਵੀ ਦੇਵਾ ਪੂਜਾ ਡੋਲੈ। ਕਹਿੰਦੇ ਉਹ ਜਿਹਨੂੰ ਪੂਜਦੇ ਉਹ ਤਾਂ ਖੁਦ ਡੋਲਦੇ ਹਾਂ। ਪਾਰ ਬ੍ਰਹਮ ਨਹੀਂ ਜਾਣਾ, ਪਾਰ ਬ੍ਰਹਮ ਨੂੰ ਜਾਣਿਆ ਨਹੀਂ ਹੈ। ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵੇਖਿਆ ਸੋ ਲਪਟਾਣਾ। ਅਤੇ ਬਾਬਾ ਕਬੀਰ ਜੀ ਕਹਿੰਦੇ ਜੋ ਪਰਮੇਸ਼ਰ ਹੈ, ਜੋ ਅਕੁਲ ਹੈ, ਜਿਸ ਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ, ਜਿਸ ਦੀ ਕੋਈ ਕੁਲ ਨਹੀਂ ਹੈ, ਜਾਤ ਨਹੀਂ ਹੈ, ਜਿਸ ਦਾ ਕੋਈ ਰੂਪ ਨਹੀਂ ਹੈ, ਰੇਖ ਨਹੀਂ ਹੈ, ਰੰਗ ਨਹੀਂ ਹੈ, ਜੋ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਉਸ ਨੂੰ ਚੇਤਿਆ ਨਹੀਂ। ਅਤੇ ਫਿਰ ਜੀਵ ਕੀ ਕਰਦਾ ਹੈ? ਵਿਖਿਆ ਸੋ ਲਪਟਾਨਾ। ਵਿਖਿਆ ਹੈ ਤ੍ਰੈ ਗੁਣੀ ਚੀਜ਼ਾਂ, ਤ੍ਰੈ ਗੁਣਾਂ ਦੇ ਦੇਵੀ ਦੇਵਤੇ ਬਣਾ ਲਏ, ਪਿਤਰ ਬਣਾ ਲਏ, ਉਹਨਾਂ ਨੂੰ ਪੂਜਦਾ ਹੈ। ਕਹਿੰਦੇ ਐਸੇ ਜੀਵ ਨੇ ਫਿਰ ਅੰਤ ਕਾਲ ਇਹਨਾਂ ਨੂੰ ਫਿਰ ਬੜੇ ਭਾਰੀ ਸਜ਼ਾ ਮਿਲਦੀ ਹੈ। ਸੋ ਇਸ ਕਰਕੇ ਸਮਝਾਇਆ ਹੈ ਕਿ ਸਿਰਫ ਤੇ ਸਿਰਫ ਆਪਾਂ ਅਕਾਲ ਪੁਰਖ ਦੀ ਪੂਜਾ ਕਰਨੀ ਹੈ। ਕੱਲ੍ਹ ਨੂੰ ਵਿਚਾਰਾਂਗੇ ਕਿਵੇਂ ਆਪਾਂ ਉਹਦੇ 'ਚ ਰਹਿ ਸਕਦੇ ਹਾਂ, ਕਿਉਂਕਿ ਹੁਣ ਆਪਾਂ ਥੋੜ੍ਹਾ ਅਭਿਆਸ ਕਰਨਾ ਹੈ। ਕੱਲ੍ਹ ਨੂੰ ਵਿਚਾਰ ਕਰਾਂਗੇ ਕਿ ਕਿਵੇਂ ਆਪਾਂ ਉਸ 'ਚ ਸਮਾ ਸਕਦੇ ਹਾਂ। ਜੀਵਤ ਮਰੈ ਮਰੈ ਪੁਨ ਜੀਵੈ, ਐਸੇ ਸੁਨ ਸਮਾਇਆ।
ਸੋ ਆਓ ਹੁਣ ਆਪਾਂ ਅਭਿਆਸ ਕਰੀਏ ਕਿਵੇਂ ਕਰਨਾ ਹੈ, ਕਿਵੇਂ ਪਰਮੇਸ਼ਰ ਨਾਲ ਜੁੜਨਾ ਹੈ। ਕਿਉਂਕਿ ਜੋ ਦ੍ਰਿਸ਼ਟਮਾਨ ਆਪਾਂ ਦੇਖਦੇ ਹਾਂ ਇਹ ਸਭ ਸੂਤਕ ਹੈ। ਇਸ ਦੇ ਨਾਲ ਜੁੜਾਂਗੇ, ਸੂਤਕ ਹੀ ਹੋਏਗਾ। ਆਪਾਂ ਜੁੜਨਾ ਹੈ ਰਾਮ ਦੇ ਨਾਲ, ਪਰਮੇਸ਼ਰ ਦੇ ਨਾਲ। ਉਹੀ ਇੱਕ ਪਵਿੱਤਰ ਹੈ। ਕਹੋਰੇ ਪੰਡਿਆ ਕਵਨ ਪਵਿੱਤਾ। ਪਵਿੱਤਰ ਕੌਣ ਹੈ? ਪਰਮੇਸ਼ਰ। ਪਵਿੱਤਰ ਹੈ ਜਿਹੜਾ ਹਰੀ ਨੂੰ ਧਿਆਉਂਦਾ ਹੈ। ਸੋ ਆਓ ਕਿਵੇਂ ਆਪਾਂ ਜੁੜਨਾ ਹੈ। ਦੋ ਨੇਤਰਾਂ ਦੇ ਵਿੱਚ ਮਨ ਹੈ, ਦੋ ਜੋਤਾਂ ਨੇ, ਦੋਨਾਂ ਨੂੰ ਪਹਿਲਾਂ ਇਸ ਪੁਆਇੰਟ 'ਤੇ ਜਿੱਥੋਂ ਪ੍ਰਭੂ ਦਾ ਦਰ ਸ਼ੁਰੂ ਹੁੰਦਾ ਹੈ, ਪ੍ਰਭੂ ਨਿਰੰਕਾਰ ਦਾ ਦੇਸ਼ ਸ਼ੁਰੂ ਹੁੰਦਾ ਹੈ, ਆਪਾਂ ਪਹਿਲਾਂ ਉਸ ਦਰ 'ਤੇ ਆਉਣਾ ਹੈ, ਫਿਰ ਪ੍ਰਵੇਸ਼ ਕਰਨਾ ਹੈ। ਲੇਕਿਨ ਇਸ ਦਰ ਦੇ ਉੱਤੇ ਆਪਾਂ ਇੱਕ ਦ੍ਰਿਸ਼ਟ ਹੋ ਕੇ ਹੀ ਜਾ ਸਕਦੇ ਹਾਂ। ਇਸ ਘਰ ਵਿੱਚ ਇੱਕ ਦ੍ਰਿਸ਼ਟ ਹੋ ਕੇ ਹੀ ਜਾ ਸਕਦੇ ਹਾਂ। ਦੋ ਦ੍ਰਿਸ਼ਟੀ ਦੇ ਵਿੱਚ ਆਪਾਂ ਆਪਣੇ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਸੋ ਆਓ ਆਪਾਂ ਆਪਣੇ ਆਪ ਨੂੰ ਪਰਖਣਾ ਹੈ। ਕੋਈ ਨਵਾਂ ਜੀਵ ਜੇ ਹੈ ਕਿ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ, ਕਿਵੇਂ ਪਤਾ ਚੱਲੇਗਾ? ਦੋਨਾਂ ਨੇਤਰਾਂ ਦੀ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਨਾ ਹੈ, ਇੱਥੇ ਸਮ ਕਰ ਲੈਣਾ ਹੈ ਅਤੇ ਇੱਥੇ ਦੇਖਣਾ ਹੈ ਕਿ ਸਾਨੂੰ ਨੱਕ ਨਜ਼ਰ ਆਉਂਦਾ ਜਾਂ ਨਹੀਂ। ਜੇਕਰ ਨੱਕ ਨਜ਼ਰ ਆਉਂਦਾ ਹੈ ਫਿਰ ਅਸੀਂ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਜੇ ਨਜ਼ਰ ਨਹੀਂ ਆਉਂਦਾ ਫਿਰ ਇੱਕ ਦ੍ਰਿਸ਼ਟ ਹਾਂ। ਜੇ ਨਜ਼ਰ ਆਉਂਦਾ ਹੈ ਫਿਰ ਆਪਾਂ ਇਹ ਦੇਖਣਾ ਕਿ ਕਿਸ ਪਾਸੇ ਤੋਂ ਆਉਂਦਾ ਹੈ, ਸੱਜੇ ਤੋਂ ਆਉਂਦਾ ਹੈ, ਖੱਬੇ ਤੋਂ ਜਾਂ ਵਿਚਾਲੇ। ਇਹ ਤ੍ਰੈ ਗੁਣ ਨੇ। ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ ਅਤੇ ਵਿਚਾਲੇ ਸਤੋ ਗੁਣ ਹੈ। ਜਿੱਦੋਂ ਵੱਲੇ ਤੋਂ ਨਜ਼ਰ ਆਉਂਦਾ ਉੱਥੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਨੂੰ ਪਰਖਣਾ ਹੈ। ਜਿਹੜੇ ਦੂਜੇ ਜੀਵ ਨੇ ਉਹਨਾਂ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਨੇ ਨੇ। ਦੇਖਣਾ ਹੈ, ਚੈੱਕ ਕਰਨਾ ਹੈ ਕਿ ਕਿਤੇ ਸਾਨੂੰ ਅੱਜ ਵਿਚਰਦਿਆਂ ਮੈਲ ਤਾਂ ਨਹੀਂ ਲੱਗੀ। ਸੋ ਉਸ ਤੋਂ ਬਾਅਦ ਫਿਰ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲਾਏਗਾ। ਪਹਿਲਾਂ ਇਸ ਪੁਆਇੰਟ 'ਤੇ ਇੱਦਾਂ ਦ੍ਰਿਸ਼ਟੀ ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਜਿਹੜੇ ਰੋਜ਼ ਕਮਾਉਂਦੇ ਨੇ ਉਹਨਾਂ ਨੇ ਦੇਖਣਾ ਕਿ ਸਾਡਾ ਮਨ ਨਿਰਮਲ ਹੈ, ਸਾਡਾ ਮੁਖ ਉਜਲ ਹੈ, ਸਾਨੂੰ ਆਪਣਾ ਨੱਕ ਸ਼ੀਸ਼ੇ ਦੀ ਤਰ੍ਹਾਂ ਨਜ਼ਰ ਆ ਰਿਹਾ ਹੈ, ਬਿਲਕੁਲ ਸਾਫ਼, ਜਾਂ ਥੋੜ੍ਹੀ ਬਹੁਤੀ ਇਸ 'ਤੇ ਮੈਲ ਲੱਗੀ ਹੈ। ਕਿਉਂਕਿ ਮੈਲ ਲੱਗ ਜਾਂਦੀ ਹੈ, ਆਪਾਂ ਵਿਚਰਦੇ ਹਾਂ ਸੰਸਾਰ ਦੇ ਵਿੱਚ। ਚੈੱਕ ਕਰਨਾ ਹੈ, ਫਿਰ ਆਪਾਂ ਆਵਾਜ਼ ਦੇਵਾਂਗੇ ਇੱਥੋਂ ਕਿ ਧਿਆਨ ਸਾਹਮਣੇ ਲੈ ਕੇ ਆਓ। ਸਾਹਮਣੇ ਦੇਖਾਂਗੇ। ਫਿਰ ਜਦੋਂ ਕਵਾਂਗੇ ਮਸਤਕ ਦੇ ਸਾਹਮਣੇ, ਫਿਰ ਪਲਕਾਂ ਉੱਤੇ ਚੁੱਕ ਦਾਂਗੇ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਫੋਕਸ ਕਰਕੇ ਇੱਥੇ ਆਪਣੇ ਆਪ ਨੂੰ ਦੇਖਣਾ ਹੈ। ਸੋ ਆਓ ਨੇਤਰ ਸਮ ਕਰੋ। ਪਹਿਲਾਂ ਦ੍ਰਿਸ਼ਟੀ ਇੱਥੇ ਫੋਕਸ ਕਰਕੇ ਆਪਣੇ ਆਪ ਨੂੰ ਦੇਖੋ। ਸਾਹਮਣੇ ਲੈ ਕੇ ਆਓ ਧਿਆਨ, ਸਾਹਮਣੇ ਦੇਖੋ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। फिर सामने लेके आइए।
फिर नक ते सम करिए दृष्टि नूं, इस पॉइंट ते फिर सम करिए। अपने आप ਨੂੰ ਦੇਖੀਏ ਪਹਿਚਾਣੀਏ। ਜੇਕਰ ਕੋਈ ਨਵਾਂ ਜੀਵ ਜੇ ਨੱਕ ਦਿਸਦਾ ਸੀ, ਉਸਨੇ ਦੇਖਣਾ ਹੈ ਕਿ ਹੁਣ ਜੇ ਨੱਕ ਦਿਸਣੋਂ ਹਟ ਗਿਆ, ਉਹ ਇੱਕ ਦ੍ਰਿਸ਼ਟ ਹੋ ਗਿਆ। नीचे लै जो ध्यान ਹੁਣ नीचे थले जो भी है विछया होया फर्श है, चादर है, जो भी है उसके थोड़ा उपर देखने की कोशिश करनी है निराकार दे विच। इत्थे सानू एक हलचल अनुभव होनी शुरू होगी। उस प्रकाश नू आपां देखना है। और सम करके देखिए फिर अपने आप में, सम करके नेत्र
अपने आप में देखिए। फिर नीचे ले जाओ ध्यान। अब फिर सम करके देखिए अपने आप में। दृष्टि सम करके फिर अपने आप में देखिए। हो वाहेगुरु। वाहिगुरु जी का खालसा, वाहिगुरु जी की फतेह। सो गुरु प्यारिओ, इस तरीके दे नाल आपां पहला ये करना है, ये ज्ञान लेना है,
ਤੇ ਫਿਰ ਕਮਾ ਕੇ ਹਿਰਦੇ 'ਚ ਵਸਾ ਲੈਣਾ ਹੈ ਮਾਲਕ ਨੂੰ। ਫਿਰ ਆਪਾਂ ਹਰੀ ਦੇ ਗੁਣ ਗਾ ਸਕਦੇ ਹਾਂ। ਇਹ ਆਪਣਾ ਜੀਵਨ ਦਾ ਮਨੋਰਥ ਹੈ। ਉਸ ਪ੍ਰਭੂ ਦੇ ਨਾਲ ਪਿਆਰ ਪਾਉਣਾ, ਉਸ ਪਵਿੱਤਰ ਦੇ ਨਾਲ ਜੁੜਨਾ। ਕਿਉਂਕਿ ਜੇ ਆਪਾਂ ਤ੍ਰੈ ਗੁਣਾਂ ਵਿੱਚ ਜੁੜੇ ਰਹਾਂਗੇ, ਸਭ ਕੁਛ ਸੂਤਕ ਹੈ। ਸੂਤਕ ਦੇ ਨਾਲ ਜੁੜਾਂਗੇ, ਕਦੇ ਪਵਿੱਤਰ ਨਹੀਂ ਹੋ ਸਕਦੇ। ਜੇ ਪਵਿੱਤਰ ਨਾਲ ਜੁੜ ਜਾਵਾਂਗੇ, ਫਿਰ ਪਵਿੱਤਰ ਹੋਵਾਂਗੇ। ਸੋ ਆਓ ਹੁਣ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਜੋ ਬਖਸ਼ ਲੈਣਾ ਜੀ। ਤੇ ਕਬੀਰ ਜੀ ਅੱਗੇ ਵੀ ਇੱਕ ਦਿਨ ਆਇਆ ਸੀ ਉਹਨਾਂ ਦਾ ਕਮੈਂਟ, ਅੱਜ ਫਿਰ ਸੀ ਕਿ ਭਾਈ ਸਾਹਿਬ ਜੀ ਕੀ ਨੋਟੰਕੀ ਕਰੀ ਜਾਂਦੇ ਹੋ। ਗੁਰੂ ਪਿਆਰਿਓ, ਨੋਟੰਕੀ ਸੰਸਾਰ ਹੈ। ਅਸੀਂ ਤਾਂ ਉਸ ਮਾਲਕ ਜੋ ਸੱਚ ਹੈ, ਨਿਰੰਕਾਰ ਹੈ, ਉਸ ਨੂੰ ਦਰਸ਼ਨ ਕਰਦੇ ਹਾਂ ਅਤੇ ਉਸ ਦੇ ਦਰਸ਼ਨ ਕਰਨ ਦਾ ਅਭਿਆਸ ਕਰਦੇ ਹਾਂ। ਨੋਟੰਕੀ ਤਾਂ ਸੰਸਾਰ ਹੈ ਸਾਰਾ, ਜੋ ਸੰਸਾਰ ਨਾਲ ਜੁੜਿਆ ਹੈ ਉਹ ਨੋਟੰਕੀ ਕਰ ਰਿਹਾ ਹੈ। ਸੋ ਇਸ ਕਰਕੇ ਜੇ ਸਮਝਣਾ ਹੈ, ਸਮਝ ਕੇ ਚੱਲ ਸਕਦੇ ਹਾਂ। ਬੜਾ ਸੋਹਣਾ ਨਾਮ ਰੱਖਿਆ ਹੈ ਭੋਲਾ ਸਿੰਘ, ਤੇ ਭੋਲੇ ਬਣ ਜੂਗੇ ਤੇ ਪ੍ਰਭੂ ਦੇ ਦਰਸ਼ਨ ਵੀ ਹੋ ਜਾਣਗੇ। ਆਪਣੀ ਮਤ ਛੱਡਾਂਗੇ। ਚਲਾਕੀ ਦੇ ਨਾਲ, ਆਪਣੀ ਸਿਆਣਪ ਦੇ ਨਾਲ ਪ੍ਰਭੂ ਨਹੀਂ ਪਾਇਆ ਜਾਂਦਾ। ਸੋ ਆਓ ਭੁੱਲਾਂ ਚੁੱਕਾਂ ਦੀ क्षमा ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।